ਸਭ ਤੋਂ ਪਹਿਲਾਂ ਆਂਦੀ ਹੈ ਜੀ ਟਾਊਨ ਪਲੈਨਿੰਗ, ਠੀਕ ਹੈ। ਆਰਕੀਟੈਕਚਰ, ਟਾਊਨ ਪਲੈਨਿੰਗ ਦੇ ਵਿੱਚ ਇਹ ਆਏਗਾ ਕਿ ਸਭ ਤੋਂ ਪਹਿਲਾਂ ਟਾਊਨ ਪਲੈਨਿੰਗ ਕਿੱਦਾਂ ਕੀਤੀ ਗਈ। ਟਾਊਨ ਪਲੈਨਿੰਗ ਵਿੱਚ ਆਏਗਾ ਕਿ ਹੜੱਪਾ ਤੇ ਮੋਹਨਜੋਦਾੜੋ ਜਿਹੜੇ ਹੈਗੇ ਆ, ਕਹਿੰਦੇ 4-5 ਕਿਲੋਮੀਟਰ ਦਾ ਜੋ ਇਲਾਕਾ ਹੈਗਾ ਉਹਨਾਂ ਦਾ, ਉਹ ਉਹਦੇ ਅੰਡਰ ਹੀ ਹੈਗੇ ਆ, ਠੀਕ ਹੈ। ਉਹਦੇ ਅੰਡਰ ਯਾਨੀ ਕਿ ਉਹਨਾਂ ਦਾ ਇੱਕ ਸਬ ਪਾਰਟ ਹੈ। ਕਹਿੰਦੇ ਜਿਹੜਾ ਇੱਥੋਂ ਦੀ ਸਿਟੀ ਸਟੇਟ ਯਾਨੀ ਕਿ ਨਗਰ ਬਣਾਇਆ ਗਿਆ ਸੀ, ਕਹਿੰਦੇ ਉਹਦੀ ਲੰਬਾਈ ਕੁਝ ਜ਼ਿਆਦਾ ਨਹੀਂ ਸੀ, 410 ਸੀ, ਤੋਂ ਜਿਹੜੀ ਉਹਦੀ ਵਿਥ ਸੀ ਉਹ ਵੀ 195 ਸੀ, ਠੀਕ ਹੈ। ਯਾਨੀ ਕਿ ਲੰਬਾਈ ਜਿਹੜੀ ਸੀਗੀ 410 ਸੀ, ਚੌੜਾਈ 195 ਸੀ, ਕਿਹਦੀ, ਨਗਰ ਦੀ, ਠੀਕ ਹੈ, ਜਿਹਦੇ ਵਿੱਚ ਹੜੱਪਾ ਤੇ ਮੋਹਨਜੋਦਾੜੋ ਬਣੇ ਹੋਏ ਸੀਗੇ। ਕਹਿੰਦੇ ਅਸੀਂ ਦੇਖਦੇ ਹੈਗੇ ਕਿ ਇਸ ਨੂੰ ਮਾਊਂਟ ਆਫ ਦਾ ਡੈਡ, ਮੁਰਦਿਆਂ ਦਾ ਟਿੱਲਾ ਕਿਹਾ ਜਾਂਦਾ ਸੀਗਾ। ਕਿਹਨੂੰ, ਮੋਹਨਜੋਦਾੜੋ ਨੂੰ ਕਿਆ ਬੋਲਿਆ ਜਾਂਦਾ ਸੀ, ਮਾਊਂਟ ਆਫ ਦਾ ਡੈਡ, ਮੁਰਦਿਆਂ ਦਾ ਟਿੱਲਾ। ਉਹ ਇਸ ਲਈ ਕਿਹਾ ਜਾਂਦਾ ਸੀਗਾ ਕਿਉਂਕਿ ਜਿਹੜਾ ਮੋਹਨਜੋਦਾੜੋ ਸੀਗਾ ਉਹਦੇ ਵਿੱਚ ਨਾ ਲੇਅਰਸ ਬਣੀਆਂ ਹੋਈਆਂ ਸੀ। ਪਹਿਲਾਂ ਇੱਕ ਲੇਅਰ ਬਣ ਗਈ, ਫਿਰ ਹੜ ਆ ਗਿਆ, ਮੋਹਨਜੋਦਾੜੋ ਖਤਮ, ਉਹਦੇ ਉੱਤੇ ਇੱਕ ਲੇਅਰ ਬਣ ਗਈ, ਫਿਰ ਹੜ ਆ ਗਿਆ, ਫਿਰ ਮੋਹਨਜੋਦਾੜੋ ਖਤਮ। ਇਸ ਤਰ੍ਹਾਂ 7 ਲੇਅਰਸ ਬਣੀਆਂ ਹੋਈਆਂ ਸੀ, ਜਿੱਤੋਂ ਪਤਾ ਲੱਗਦਾ ਸੀਗਾ ਕਿ ਇਹ ਦੇਸ਼ ਕਿੰਨੀ ਵਾਰ ਵਸ ਚੁੱਕਾ ਹੈਗਾ ਵਾ, ਠੀਕ ਹੈ, ਅਗੇਨ ਐਂਡ ਅਗੇਨ। ਉਸ ਤੋਂ ਬਾਅਦ ਹੈਗਾ ਕਹਿੰਦੇ ਰੋਡ, ਠੀਕ ਹੈ, ਮਤਲਬ ਸੜਕਾਂ ਜਿਹੜੀਆਂ ਹੈਗੀਆਂ ਉਹ ਵੀ ਬਣਾਈਆਂ ਗਈਆਂ ਸੀ। ਜਿੱਦਾਂ ਆਪਾਂ ਨੂੰ ਪਤਾ, ਆਪਾਂ +1 ਚ ਵੀ ਕੀਤਾ ਸੀ ਕਿ ਸੜਕਾਂ ਜਿਹੜੀਆਂ ਸੀਗੀਆਂ ਬਹੁਤ ਜ਼ਿਆਦਾ ਚੌੜੀਆਂ ਸੀਗੀਆਂ, ਠੀਕ ਹੈ। ਕੋਈ ਵੀ ਸੜਕ ਕਿਤੇ ਵੀ ਜਾ ਕੇ ਬੰਦ ਨਹੀਂ ਸੀ ਹੁੰਦੀ, ਯਾਨੀ ਕਿ ਮੂਵਮੈਂਟ ਕਰਨੀ, ਠੀਕ ਹੈ, ਵਨ ਸਾਈਡ ਟੂ ਅਨਦਰ ਸਾਈਡ ਅਗਰ ਅਸੀਂ ਮੂਵਮੈਂਟ ਕਰਨੀ ਹੈ ਤਾਂ ਈਜ਼ੀਲੀ ਵੇ ਦੇ ਨਾਲ ਕਰ ਸਕਦੇ ਹੈਗੇ ਆ। ਇਸ ਤੋਂ ਇਲਾਵਾ ਹੈਗਾ ਵਾ ਕਹਿੰਦੇ ਕਿ ਡਰੋਨ ਸਿਸਟਮ ਵੀ ਅੱਛਾ ਸੀ, ਯਾਨੀ ਕਿ ਜਿਹੜੀਆਂ ਨਾਲੀਆਂ ਵਗੈਰਾ ਦਾ ਸਿਸਟਮ ਆ ਉਹ ਵੀ ਅੱਛਾ ਬਣਾਇਆ ਗਿਆ ਸੀ। ਨਾਲੀਆਂ ਵਗੈਰਾ ਦਾ ਜੋ ਕਹਿ ਲੋ ਕਿ ਲਾਸਟ ਵਾਲਾ ਜੋ ਰਾਸਤਾ ਹੁੰਦਾ ਵਾ, ਇਹ ਪੂਰਾ ਦਾ ਪੂਰਾ ਕਿੱਥੇ ਜਾ ਕੇ ਬੈਠਿਆ ਹੋਇਆ ਸੀਗਾ, ਲਾਸਟ ਵਾਲਾ ਜੋ ਰਾਸਤਾ ਹੈਗਾ, ਕਹਿੰਦੇ ਅਸੀਂ ਦੇਖਦੇ ਹੈਗੇ ਆ ਕਿ ਉਹ ਨਦੀਆਂ, ਛੋਟੀਆਂ ਨਾਲੀਆਂ ਦੇ ਵਿੱਚੋਂ ਲੰਘਦਾ ਸੀਗਾ, ਠੀਕ ਹੈ। ਵਰਖਾ ਦਾ ਪਾਣੀ, ਜੋ ਬਾਰਿਸ਼ ਆ ਜਾਂਦੀ ਆ, ਉਹਨਾਂ ਦਾ ਪਾਣੀ ਵੀ ਬਾਹਰ ਇਹਨਾਂ ਦੇ ਥਰੂ ਹੀ ਜਾਂਦਾ ਸੀ। ਮਕਾਨ ਕਹਿੰਦੇ ਯਾਨੀ ਕਿ ਹਾਊਸਿਸ ਕਿੱਦਾਂ ਦੇ ਬਣੇ ਹੋਏ ਸੀ। ਹਾਊਸਿਸ ਨੂੰ ਅਗਰ ਅਸੀਂ ਦੇਖਦੇ ਹਾਂ ਤੇ ਉਹ ਇੱਕ ਕਹਿ ਲੋ ਕਿ ਸਟਰੋਂਗ ਬ੍ਰਿਕਸ, ਮਤਲਬ ਕਿ ਪੱਕੀਆਂ ਇੱਟਾਂ ਦੇ ਬਣੇ ਹੁੰਦੇ ਸੀ, ਠੀਕ ਹੈ। ਦਰਵਾਜ਼ੇ ਹੁੰਦੇ ਸੀ, ਰੋਸ਼ਨਦਾਨ ਯਾਨੀ ਕਿ ਡੋਰ ਹੁੰਦੇ ਸੀ, ਵਿੰਡੋਜ਼ ਹੁੰਦੀਆਂ ਸੀਗੀਆਂ, ਤੇ ਉਸ ਤੋਂ ਬਾਅਦ ਬਾਥ ਸਿਸਟਮ ਵੀ ਅੱਛਾ ਹੁੰਦਾ ਸੀ। ਉਹਨਾਂ ਦਾ ਜਿਹੜਾ ਕਹਿ ਲੋ ਕਿ ਕੋਰਟਯਾਰਡ, ਬਰਾਂਡਾ ਵਗੈਰਾ ਹੁੰਦਾ ਸੀ, ਕਹਿੰਦੇ ਉਹ ਵੀ ਬਹੁਤ ਅੱਛੇ ਤਰੀਕੇ ਦਾ ਹੁੰਦਾ ਸੀਗਾ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ, ਹਾਂਜੀ ਹੈਲੋ ਹਾਂਜੀ, ਇਟਸ ਓਕੇ, ਮੈਂ ਦੱਸ ਦਿੰਦੀ ਹਾਂ। ਤੋ ਸਭ ਤੋਂ ਪਹਿਲਾਂ ਤਾਂ ਅਸੀਂ ਕਹਿਣਾ ਹੈਗਾ ਕਿ ਹਾਊਸਿਸ ਕਿੱਦਾਂ ਦੇ ਹੁੰਦੇ ਸੀ। ਹਾਊਸਿਸ ਦੇ ਵਿੱਚ ਅਸੀਂ ਕਹਿਣਾ ਸੀ ਕਿ ਡੋਰ ਸੀ, ਵਿੰਡੋ ਸੀ, ਠੀਕ ਹੈ। ਤੋ ਡੋਰ ਸਿਸਟਮ ਵੀ ਉਹਨਾਂ ਦਾ ਅੱਛਾ ਸੀ, ਵਿੰਡੋ ਵੀ ਇਦਾਂ ਦੀਆਂ ਹੁੰਦੀਆਂ ਸੀ ਜਿਹੜੀਆਂ ਬਾਹਰ ਵਾਲੀ ਸਾਈਡ ਜਿਹੜੀਆਂ ਸੀ ਓਪਨ ਹੁੰਦੀਆਂ ਸੀਗੀਆਂ। ਇਸ ਤੋਂ ਇਲਾਵਾ ਅਸੀਂ ਕਵਾਂਗੇ ਕਿ ਜਿਹੜੇ ਮਤਲਬ ਘਰ ਵਗੈਰਾ ਵੀ ਹੁੰਦੇ ਸੀ, ਉਹਨਾਂ ਦੇ ਵਿੱਚ ਹਵਾ ਵਗੈਰਾ ਦਾ ਵੀ ਪੂਰਾ ਜਿਹੜਾ ਸੀਗਾ ਕਹਿ ਲੋ ਕਿ ਮੇਨਟੇਨ ਕੀਤਾ ਗਿਆ ਸੀ ਸਿਸਟਮ, ਕਿ ਹਵਾ ਵਗੈਰਾ ਵੀ ਇੱਥੇ ਆਂਦੀ ਰਹੇ, ਇਸ ਤਰ੍ਹਾਂ ਦੇ ਸਿਸਟਮ ਬਣਾਏ ਗਏ ਸੀ। ਉਹਨਾਂ ਦੇ ਕੋਲ ਇੱਕ ਗ੍ਰੇਟ ਬਾਥ ਸੀ, ਜਿਨ੍ਹਾਂ ਦੀ ਲੰਬਾਈ, ਡੂੰਘਾਈ, ਜਿਸਨੂੰ ਅਸੀਂ ਕਹਿੰਦੇ ਆ ਲੈਂਥ, ਵਿਥ, ਹਾਈਟ, ਠੀਕ ਹੈ, ਤੋਂ 39, 23 ਤੇ 8 ਸੀ। ਇਸ ਤੋਂ ਇਲਾਵਾ ਕਹਿੰਦੇ ਜਿਹੜੀਆਂ ਸਟੇਅਰਸ ਬਣੀਆਂ ਹੋਈਆਂ ਸੀ ਉਹ ਵੀ ਇੱਕ ਸਟਰੋਂਗ ਬ੍ਰਿਕਸ, ਮਤਲਬ ਕਿ ਪੱਕੀਆਂ ਇੱਟਾਂ ਦੇ ਨਾਲ ਬਣੀਆਂ ਹੁੰਦੀਆਂ ਸੀ, ਠੀਕ ਹੈ। ਉਸ ਤੋਂ ਇਲਾਵਾ ਕਹਿੰਦੇ ਉਹਨਾਂ ਦੇ ਕੋਲ ਜਿਹੜਾ ਸੀਗਾ ਤਲਾਬ ਵਗੈਰਾ ਵੀ ਸੀਗਾ, ਜਾਂ ਫਿਰ ਕਹਿ ਲੋ ਕਿ ਉਹਨਾਂ ਦੇ ਕੋਲ ਇੱਕ ਬਹੁਤ ਅੱਛਾ ਇੱਕ ਗ੍ਰੇਟ ਬਾਥ ਸੀਗਾ, ਕਿਉਂਕਿ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਉੱਥੋਂ ਦੇ ਲੋਕ ਜਿਹੜੇ ਹੈਗੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦੇ ਹੁੰਦੇ ਸੀਗੇ। ਕਹਿੰਦੇ ਦਾ ਅਦਰ ਬਿਲਡਿੰਗ, ਕਹਿੰਦੇ ਹੋਰ ਵੀ ਬਹੁਤ ਸਾਰੀਆਂ ਬਿਲਡਿੰਗ ਸੀ, ਜਿਵੇਂ ਕਿ ਗੋਡਾਊਨ ਕਹਿ ਦੋ ਕਿ ਉਹਨਾਂ ਦੇ ਕੋਲ ਸੀਗੇ, ਜਾਂ ਫਿਰ ਇੱਕ ਪੈਲੇਸ ਕਹਿ ਲੋ ਕਿ ਰਾਜ ਮਹਿਲ ਦੇ ਤੌਰ ਤੇ ਸੀਗਾ। ਕਹਿੰਦੇ ਇਸ ਤੋਂ ਇਲਾਵਾ ਅਸੀਂ ਦੇਖਦੇ ਹੈਗੇ ਆ ਕਿ ਜੋ ਪੈਲੇਸ ਹੁੰਦੇ ਸੀ ਰਾਜੇ ਮਹਾਰਾਜਿਆਂ ਦੇ, ਕਹਿੰਦੇ ਉਹ ਵੀ ਕਾਫੀ ਜ਼ਿਆਦਾ ਫੇਮਸ ਹੁੰਦੇ ਸੀ, ਕਾਫੀ ਜ਼ਿਆਦਾ ਕਹਿ ਲੋ ਕਿ ਉਹਨਾਂ ਦੀ ਵਿਥ, ਲੈਂਥ ਤੋਂ ਜੋ ਹਾਈਟ ਹੁੰਦੀ ਸੀ ਬਹੁਤ ਜ਼ਿਆਦਾ ਹੁੰਦੀ ਸੀ। ਕਹਿੰਦੇ ਕਿ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਖੁਦ ਮਤਲਬ ਉਹ ਬ੍ਰਿਕਸ ਵਗੈਰਾ ਬਣਾ ਸਕਣ, ਕਹਿ ਲੋ ਕਿ ਇੱਟਾਂ ਵਗੈਰਾ ਬਣਾ ਸਕਣ, ਇਸ ਦੇ ਲਈ ਉਹਨਾਂ ਦੇ ਕੋਲ ਖੁਦ ਮਟੀਰੀਅਲ ਸੀਗਾ। ਇਹ ਸਾਰੀਆਂ ਚੀਜ਼ਾਂ ਟੈਕਨੋਲੋਜੀ ਵਿੱਚ ਅਸੀਂ ਦੇਖੀਏ ਤਾਂ ਅਸੀਂ ਕਹਿਣਾ ਕਿ ਉਹਨਾਂ ਦੀਆਂ ਜੋ ਰੋਡਸ ਵਗੈਰਾ ਸੀਗੀਆਂ, ਉਹਨਾਂ ਦਾ ਜੋ ਹਾਊਸ ਸਿਸਟਮ ਸੀਗਾ ਜਾਂ ਟਾਊਨ ਪਲੈਨਿੰਗ ਸੀ, ਇਹ ਤੋਂ ਪਤਾ ਲੱਗਦਾ ਕਿ ਉਹਨਾਂ ਲੋਕਾਂ ਦੇ ਕੋਲ ਕਿੰਨੀ ਜ਼ਿਆਦਾ ਟੈਕਨੋਲੋਜੀ ਸੀਗੀ। ਇਸ ਤੋਂ ਇਲਾਵਾ ਉਹ ਮੂਰਤੀਆਂ ਵਗੈਰਾ ਬਣਾਉਂਦੇ ਸੀ, ਟੋਏ ਵਗੈਰਾ ਬਣਾਉਂਦੇ ਸੀ, ਯੂਟੈਂਸਿਲ ਵਗੈਰਾ ਬਣਾਉਂਦੇ ਸੀ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਕੋਲ ਕਾਫੀ ਜ਼ਿਆਦਾ ਆਰਕੀਟੈਕਟ ਦੇ ਨਾਲ ਰਿਲੇਟਡ ਜਾਂ ਆਰਟ ਦੇ ਨਾਲ ਰਿਲੇਟਡ ਬਹੁਤ ਸਾਰਾ ਮਟੀਰੀਅਲ ਸੀਗਾ। ਕਹਿੰਦੇ ਕਿ ਉੱਥੋਂ ਦੇ ਜਿਹੜੇ ਲੋਕ ਸੀਗੇ,
ਚਲੋ ਕੋਈ ਗੱਲ ਨਹੀਂ। ਕਹਿੰਦੇ ਉੱਥੋਂ ਦੇ ਜਿਹੜੇ ਲੋਕ ਸੀ, ਕਹਿੰਦੇ ਕਿ ਉਹਨਾਂ ਨੇ ਕੀ ਕੀਤਾ, ਮਤਲਬ ਕਿ ਕਿਸੇ ਬਰਤਨ ਦੇ ਉੱਤੇ, ਕਿਸੇ ਯੂਟੈਂਸਿਲ ਦੇ ਉੱਤੇ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੀਗੀ ਮੂਰਤੀ ਵਗੈਰਾ ਬਣਾ ਲੈਂਦੇ ਹੁੰਦੇ ਸੀਗੇ। ਕਹਿੰਦੇ ornaments ਹਥਿਆਰ ਉਹਨਾਂ ਦੇ ਕੋਲ ਕਿਹੜੇ ਕਿਹੜੇ ਸੀ, ਯਾਦ ਰੱਖਣਾ ਕਿ ornaments ਦੇ ਤੌਰ ਤੇ, ਹਥਿਆਰ ਦੇ ਤੌਰ ਤੇ ਉਹ ਕੀ ਸੀਗਾ, ਚਾਲਕੋਠਿਕ ਮਤਲਬ ਕਿ ਕਾਸੇ ਦੇ ਯੁੱਗ ਦੀ ਵਰਤੋਂ ਕਰਦੇ ਸੀਗੇ। ਠੀਕ ਹੈ, ਪੱਥਰ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਨੂੰ ਐਜ਼ ਅ ਵੈਪਨ ਦੇ, ਯਾਨੀ ਕਿ ਸਟੋਨ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਨੂੰ ਐਜ਼ ਅ ਵੈਪਨ ਦੇ ਤੌਰ ਤੇ ਉਹ ਪਰਸਨ ਯੂਜ਼ ਕਰਦੇ ਸੀਗੇ। ਕਹਿੰਦੇ ਕਿ ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਕਿਹੜੇ ਕਿਹੜੇ ਇੰਸਟਰੂਮੈਂਟ ਸੀ ਜਿਨ੍ਹਾਂ ਦੇ ਨਾਲ ਉਹ ਖੇਤੀ ਕਰਦੇ ਸੀਗੇ। ਆਪਾਂ ਕਹਿਣਾ ਕਿ ਨਿਊ ਟਾਈਪ ਦੇ ਜਿਹੜੇ ਮਤਲਬ ਕਹਿ ਲਓ ਕਿ ਤਾਂਬੇ ਦੇ ਨਾਲ ਰਿਲੇਟਡ ਉਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦੇ ਵੈਪਨ ਸੀ ਜਿਨ੍ਹਾਂ ਦੇ ਨਾਲ ਉਹਨਾਂ ਨੇ ਐਗਰੀਕਲਚਰ ਦਾ ਕੰਮ ਕਰਨਾ ਸਟਾਰਟ ਕਰ ਦਿੱਤਾ ਸੀਗਾ। ਯਾਦ ਰੱਖਣਾ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਨਾ ਉਹਨਾਂ ਦੇ ਕੋਲ ਆਇਰਨ ਵਗੈਰਾ ਨਹੀਂ ਸੀ, ਮਤਲਬ ਕਿ ਲੋਹੇ ਵਗੈਰਾ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਜਿਹਦੇ ਨਾਲ ਉਹ ਕਿਸੇ ਵੀ ਤਰੀਕੇ ਨਾਲ ਅੰਦਰਲੀ ਜ਼ਮੀਨ ਚੋਂ ਕੁਝ ਉਖਾੜ ਸਕਣ। ਲੇਕਿਨ ਕਹਿੰਦੇ ਕਿ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਲੋਕਾਂ ਨੂੰ ਇੰਨੀ ਨੌਲੇਜ ਸੀਗੀ ਕਿ ਅਗਰ ਹੜ੍ਹ ਆਣਾ ਹੈਗਾ ਤੇ ਉਸ ਨੂੰ ਰੋਕਣਾ ਕਿਸ ਤਰੀਕੇ ਦੇ ਨਾਲ ਹੈਗਾ, ਇਸ ਤਰ੍ਹਾਂ ਦੀ ਟੈਕਨੋਲੋਜੀ ਵੀ ਉਹਨਾਂ ਦੇ ਕੋਲ ਸੀ। ਇਸ ਤਰ੍ਹਾਂ ਦੇ ਨਾਲ ਉਹਨਾਂ ਕੋਲ ਨਾ ਵੱਖਰਾ ਵੱਖਰਾ ਡਿਫਰੈਂਟ ਫੈਬਰਿਕ ਕਿੱਦਾਂ ਬਣਦਾ ਹੈਗਾ ਵਾ। ਕਹਿੰਦੇ ਇੱਥੋਂ ਦੀ ਮਤਲਬ ਜੋ ਅਸੀਂ ਇੱਥੋਂ ਡਿਸਕਵਰੀ ਕੀਤੀ ਹੈ ਨਾ, ਉੱਤੇ ਇਹ ਪਤਾ ਲੱਗਦਾ ਹੈ ਕਿ ਉਹਨਾਂ ਲੋਕਾਂ ਨੂੰ ਫੈਬਰਿਕ ਬਣਾਉਣਾ ਵੀ ਆਉਂਦਾ ਸੀਗਾ, ਕੱਪੜਾ ਬਣਾਉਣਾ ਵੀ ਆਉਂਦਾ ਸੀਗਾ। ਉਸ ਤੋਂ ਬਾਅਦ ਹੈ ਸੋਸ਼ਲ ਕਲਚਰ ਲਾਈਫ। ਕਹਿੰਦੇ ਸਮਾਜਿਕ ਸੰਸਕ੍ਰਿਤਿਕ ਜੀਵਨ। ਕਹਿੰਦੇ ਅਸੀਂ ਦੇਖਦੇ ਹਾਂ ਕਿ ਉੱਥੋਂ ਦੇ ਲੋਕਾਂ ਦਾ ਜੋ ਲਾਈਫ ਸਟਾਈਲ ਸੀ ਨਾ ਕਿਸ ਤਰ੍ਹਾਂ ਦਾ ਸੀਗਾ। ਇੱਕ ਗੱਲ ਮੇਰੀ ਯਾਦ ਰੱਖਣਾ, ਕਹਿੰਦੇ ਕਿ ਬੇਬੀਲੋਨ ਦੇ ਜਿਹੜੇ ਲੋਕ ਸੀਗੇ, ਠੀਕ ਹੈ, ਕਹਿੰਦੇ ਉਹਨਾਂ ਦਾ ਕਲਚਰ ਦੇ ਮੁਕਾਬਲੇ ਦੇ ਵਿੱਚ ਸਿੱਧ ਲੋਕਾਂ ਦਾ ਜਿਹੜਾ ਸਿੰਧੂ ਘਾਟੀ ਦੇ ਲੋਕ ਯਾਨੀ ਕਿ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦੇ ਜਿਹੜੇ ਲੋਕ ਸੀਗੇ ਉਹਨਾਂ ਦਾ ਕਲਚਰ ਕਾਫੀ ਜ਼ਿਆਦਾ ਅੱਛਾ ਸੀ, ਕਿਉਂਕਿ ਅਗਰ ਅਸੀਂ ਡਾਈਟ ਦੇਖੀਏ ਤਾਂ ਵੈਜ ਔਰ ਨਾਨ ਵੈਜ ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਦੇ ਸੀ। ਇਸ ਤੋਂ ਇਲਾਵਾ ਡਿਫਰੈਂਟ ਕਿਸਮ ਦੇ ਮਸਾਲੇ ਯੂਜ਼ ਕਰਦੇ ਸੀ ਕੌਣ, ਇੰਦੂ ਵੈਲੀ ਸਿਵਲਾਈਜੇਸ਼ਨ ਤੇ ਟਾਈਮ ਪੀਰੀਅਡ ਦੇ ਲੋਕ। ਤੇ ਅਗਰ ਉਹਨਾਂ ਦੀ ਅਸੀਂ ਡਰੈਸਿਸ ਦੇਖੀਏ ਤਾਂ ਡਿਫਰੈਂਟ ਫੈਬਰਿਕ ਉਹ ਯੂਜ਼ ਕਰਦੇ ਸੀਗੇ ਆਪਣੀ ਡਰੈਸਿਸ ਦੇ ਲਈ। ਉਹਨਾਂ ਦੇ ਉੱਤੇ ਕੁਝ ਨਾ ਕੁਝ ਐਮਬੋਇਡਰੀ ਯਾਨੀ ਕਿ ਕਢਾਈ ਵਗੈਰਾ ਕਰਦੇ ਸੀਗੇ। ਠੀਕ ਹੈ, ਤੇ ਇਸ ਤੋਂ ਇਲਾਵਾ ਕਹਿੰਦੇ ਵਮਨ ਜਿਹੜੀਆਂ ਸੀਗੀਆਂ ਉਹਨਾਂ ਨੂੰ ਸੂਈ ਵਗੈਰਾ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਹਨਾਂ ਦੇ ਬਾਰੇ ਵਿੱਚ ਵੀ ਨੌਲੇਜ ਸੀਗੀ। ਕਹਿੰਦੇ ਇਹ ਕਿੱਥੋਂ ਪਤਾ ਲੱਗਦਾ ਵਾ, ਕਹਿੰਦੇ ਜਿਹੜੀਆਂ ਉਸ ਟਾਈਮ ਪੀਰੀਅਡ ਦੇ ਵਿੱਚ ਮੂਰਤੀ ਵਗੈਰਾ ਬਣੀਆਂ ਹੋਈਆਂ ਮਿਲੀਆਂ ਨੇ ਨਾ, ਕਹਿੰਦੇ ਉਹਨਾਂ ਦੇ ਉੱਤੇ ਜਿੱਦਾਂ ਦਾ ਡਰੈਸਅਪ ਕੀਤਾ ਜਾਂਦਾ ਸੀ, ਇਹ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਲੋਕਾਂ ਨੂੰ ਡਰੈਸਿੰਗ ਸੈਂਸ ਦੇ ਬਾਰੇ ਵਿੱਚ ਵੀ ਨੌਲੇਜ ਸੀਗੀ। ਕਹਿੰਦੇ ਆਰਨਾਮੈਂਟਸ, ਗਹਿਣੇ ਵਗੈਰਾ ਵਿੱਚ ਜੋ ਤੁਹਾਨੂੰ ਚੀਜ਼ਾਂ ਪਤਾ ਵਾ ਕਿ ਉਹ ਈਅਰਿੰਗਸ ਪਹਿਨਦੀਆਂ ਸੀ, ਬੈਂਗਲਸ ਪਹਿਨਦੀਆਂ ਸੀ। ਠੀਕ ਹੈ, ਇਸ ਤੋਂ ਇਲਾਵਾ ਬਿੰਦੀ ਲਗਾਉਂਦੀਆਂ ਸੀ ਜਾਂ ਫਿਰ ਕਹਿ ਲਓ ਕਿ ਆਪਣੇ ਆਪ ਨੂੰ ਸਜਾਉਣ ਦੇ ਲਈ ਉਹ ਡਿਫਰੈਂਟ ਕਿਸਮ ਦੇ ਪਾਰਲਰ ਵਾਲੀਆਂ ਚੀਜ਼ਾਂ ਨੂੰ ਯੂਜ਼ ਕਰਦੇ ਸੀਗੇ। ਮੇਕਅਪ ਦੇ ਲਈ ਉਹ ਸ਼ਿੰਗਾਰ ਵਗੈਰਾ ਯੂਜ਼ ਕਰਦੇ ਸੀ ਜਾਂ ਕਹਿ ਲਓ ਕਿ ਕੌਂਬ ਵਗੈਰਾ ਯੂਜ਼ ਕਰਦੇ ਸੀਗੇ ਆਪਣੇ ਹੇਅਰ ਵਗੈਰਾ ਨੂੰ ਬਣਾਉਣ ਦੇ ਲਈ। ਠੀਕ ਹੈ, ਉਸ ਤੋਂ ਇਲਾਵਾ ਉਹ ਮਿਰਰ ਨੂੰ ਯੂਜ਼ ਕਰਦੇ ਸੀਗੇ ਜਾਂ ਫਿਰ ਕਹਿ ਲਓ ਕਿ ਸੰਦੂਰ ਯੂਜ਼ ਕਰਦੇ ਸੀ। ਇਹ ਸਾਰੀਆਂ ਚੀਜ਼ਾਂ ਬਾਰੇ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦੇ ਲੋਕਾਂ ਨੂੰ ਨੌਲੇਜ ਸੀ। ਠੀਕ ਹੈ, ਉਸ ਤੋਂ ਬਾਅਦ ਹੈ ਮੀਨਸ ਆਫ ਦਾ ਐਂਟਰਟੇਨਮੈਂਟ। ਕਹਿੰਦੇ ਐਂਟਰਟੇਨਮੈਂਟ ਦੇ ਲਈ ਜੇ ਅਸੀਂ ਦੇਖੀਏ ਤਾਂ ਮਿਊਜ਼ਿਕ ਨੂੰ ਸੁਣਨਾ, ਗੀਤ ਗਾਣਾ, ਠੀਕ ਹੈ, ਸਿੰਗਿੰਗ ਕਰਨਾ ਜਾਂ ਫਿਰ ਕਹਿ ਲਓ ਹੰਟਿੰਗ ਕਰਨਾ ਜਾਂ ਫਿਰ ਕਹਿ ਲਓ ਕਿ ਐਨੀਮਲਸ ਦੀ ਫਾਈਟ ਕਰਵਾਉਣਾ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਉਹਨਾਂ ਨੂੰ ਨੌਲੇਜ ਸੀ। ਇਸ ਤੋਂ ਇਲਾਵਾ ਉਹ ਵਮਨ ਨੂੰ ਐਜ਼ ਇੰਜੋਇਮੈਂਟ ਦੀ ਚੀਜ਼ ਸਮਝਦੇ ਸੀ, ਸੋ ਉਹਨਾਂ ਦਾ ਡਾਂਸ ਵਗੈਰਾ ਦੇਖਣਾ ਵੀ ਉਹਨਾਂ ਦੇ ਲਈ ਐਂਟਰਟੇਨਮੈਂਟ ਸੀਗਾ। ਡਿਸਪੋਜ਼ਲ ਆਫ ਦਾ ਡੈਡ। ਕਹਿੰਦੇ ਉਹ ਮ੍ਰਿਤ ਸੰਸਕਾਰ ਕਿੱਦਾਂ ਕਰਦੇ ਸੀ, ਡਿਸਪੋਜ਼ਲ ਕਰ ਦੇਣਾ ਨਾ, ਆਪਾਂ ਬੋਲਦੇ ਹੈਗੇ ਮ੍ਰਿਤਕ ਸੰਸਕਾਰ ਕਰ ਦੇਣਾ। ਠੀਕ ਹੈ, ਸੋ ਕਹਿੰਦੇ ਕਿ ਡਿਫਰੈਂਟ ਜਿਹੜੇ ਸਾਨੂੰ ਡੈਡ ਬੋਡੀਜ਼ ਮਿਲੀਆਂ ਉਹਨਾਂ ਤੋਂ ਤਾਂ ਇਹੀ ਪਤਾ ਲੱਗਦਾ ਵਾ ਕਿ ਜਲਾਉਣਾ ਜਾਂ ਤਾਂ ਜਲਾ ਦਿੰਦੇ ਸੀ, ਬਰਨ ਕਰ ਦਿੰਦੇ ਸੀ ਜਾਂ ਦਫਨਾ ਦਿੰਦੇ ਸੀ। ਠੀਕ ਹੈ, ਯਾਨੀ ਕਿ ਆਪਣੀ ਅਰਥ, ਆਪਣੇ ਜੋ ਲੈਂਡ ਹੈਗਾ ਉਸ ਦੇ ਵਿੱਚ ਉਸਨੂੰ ਕਵਰ ਕਰ ਦੇਣਾ, ਜਾਂ ਫਿਰ ਕਹਿੰਦੇ ਕਿ ਉਹ ਕਿਸੇ ਡੈਡ ਬੋਡੀ ਨੂੰ ਨਾ ਹਵਾ ਦੇ ਵਿੱਚ ਖੁੱਲਾ ਛੋੜ ਦਿੰਦੇ ਸੀਗੇ, ਐਜ਼ ਇਟ ਇਜ਼ ਉਸਨੂੰ ਐਸੇ ਛੋੜ ਦੇਣਾ, ਦੈਨ ਕੋਈ ਵੀ ਜਾਨਵਰ ਆਉਂਦਾ ਤਾਂ ਉਸਨੂੰ ਖਾ ਜਾਂਦਾ ਹੈ। ਇਹ ਕੰਮ ਕਰਦੇ ਸੀਗੇ। ਉਸ ਤੋਂ ਬਾਅਦ ਹੈਗਾ ਕਿ ਰਿਲੀਜੀਅਸ ਲਾਈਫ ਉਹਨਾਂ ਦੀ ਕਿੱਦਾਂ ਦੀ ਸੀ। ਇੰਦੂ ਵੈਲੀ ਸਿਵਲਾਈਜੇਸ਼ਨ ਦੀ ਜੇ ਮੈਂ ਰਿਲੀਜੀਅਸ ਲਾਈਫ ਦੇ ਬਾਰੇ ਵਿੱਚ ਗੱਲ ਕਰਾਂ ਤੇ ਉਹਨਾਂ ਤੋਂ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਉਸ ਟਾਈਮ ਪੀਰੀਅਡ ਦੇ ਲੋਕ ਨਾ ਗੋਡ ਤੇ ਗੋਡੈਸਟ ਦੇ ਵਿੱਚ ਬਹੁਤ ਜ਼ਿਆਦਾ ਬਿਲੀਵ ਕਰਦੇ ਸੀ। ਠੀਕ ਹੈ, ਗੋਡ ਔਰ ਗੋਡੈਸਟ ਦੇ ਵਿੱਚ ਬਿਲੀਵ ਕਰਨ ਦਾ ਮਤਲਬ ਜਸਟ ਇੰਨਾ ਹੈਗਾ ਵਾ ਕਿ ਉੱਥੋਂ ਦੇ ਲੋਕਾਂ ਦੇ ਬਾਰੇ ਵਿੱਚ ਜਦੋਂ ਅਸੀਂ ਖੋਜ ਕਰਦੇ ਹਾਂ ਤੇ ਸਾਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਉੱਥੇ ਨਾ ਬਹੁਤ ਸਾਰੇ ਜਿੱਦਾਂ ਦਰਖਤ ਵਗੈਰਾ ਵਾ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ, ਸਨੇਕ ਦੀ ਪੂਜਾ ਕੀਤੀ ਜਾਂਦੀ ਸੀ, ਐਨੀਮਲਸ ਦੀ ਪੂਜਾ ਕੀਤੀ ਜਾਂਦੀ ਸੀ, ਬਰਡਸ ਦੀ ਪੂਜਾ ਕੀਤੀ ਜਾਂਦੀ ਸੀ। ਲੋਕ ਬਹੁਤ ਜ਼ਿਆਦਾ ਸੁਪਰਸਟੀਸ਼ੀਅਸ ਪਾਵਰ ਦੇ ਵਿੱਚ ਯਾਨੀ ਕਿ ਕੰਟਰੋਲ ਦੇ ਵਿੱਚ ਸੀ, ਬਹੁਤ ਜ਼ਿਆਦਾ ਸੁਪਰਸਟੀਸ਼ੀਅਸ ਪਾਵਰ ਦੇ ਵਿੱਚ ਹੋਣਾ। ਸੋ ਕਹਿੰਦੇ ਇਹ ਸਾਰੀਆਂ ਚੀਜ਼ਾਂ
ਕਹਿੰਦੇ ਵਰਸ਼ਿਪ ਆਫ ਦਾ ਮਦਰ ਗੋਡੈਸਟ, ਕਹਿੰਦੇ ਕਿ ਉਹ ਮਦਰ ਗੋਡੈਸਟ ਯਾਨੀ ਕਿ ਦੇਵੀ ਦੀ ਪੂਜਾ ਕਰਦੇ ਸੀਗੇ। ਠੀਕ ਹੈ, ਕਹਿੰਦੇ ਅਸੀਂ ਦੇਖਦੇ ਹਾਂ ਕਿ ਬਹੁਤ ਇੱਕ ਉਹਨਾਂ ਦੇ ਕੋਲ ਏਦਾਂ ਦੀ ਵੀ ਲੇਡੀ ਸੀ ਜਿਨ੍ਹਾਂ ਦੇ ਵਿੱਚ ਮਤਲਬ ਜਿਹੜੀ ਪ੍ਰੈਗਨੈਂਟ ਸੀਗੀ, ਜਿਨ੍ਹਾਂ ਦੇ ਪੇਟ ਦੇ ਉੱਤੇ ਇੱਕ ਪੌਦਾ ਲੱਗਿਆ ਸੀਗਾ। ਕਹਿੰਦੇ ਇਸ ਤੋਂ ਪਤਾ ਲੱਗਦਾ ਹੈਗਾ ਇਹ ਜਗਤ ਜਨਨੀ ਮਾਂ ਸੀ। ਠੀਕ ਹੈ ਨਾ, ਮਤਲਬ ਇਹ ਜਨਨੀ ਸੀ ਜਿਸ ਤੋਂ ਮਤਲਬ ਇੱਕ ਇਸਤਰੀ ਦੀ ਪੂਜਾ ਕੀਤੀ ਜਾਂਦੀ ਸੀਗੀ। ਠੀਕ ਹੈ, ਸੋ ਕਹਿੰਦੇ ਕਿ ਇਸ ਨੂੰ ਇੱਕ ਧਰਤੀ ਦੇਵੀ ਦੇ ਰੂਪ ਵਿੱਚ ਵੀ ਲੋਕ ਪੂਜਦੇ ਹੋਣਗੇ। ਠੀਕ ਹੈ, ਅਰਥ ਮਦਰ ਜਿਸ ਨੂੰ ਬੋਲਦੇ ਹੈਗੇ ਉਸ ਦੇ ਰੂਪ ਵਿੱਚ ਵੀ ਇਸ ਦੀ ਵਰਸ਼ਿਪ ਕਰਦੇ ਹੋਣਗੇ। ਸੋ ਕਹਿੰਦੇ ਕਿ ਜਦੋਂ ਸਾਨੂੰ ਗੋਡ ਦੀਆਂ ਯਾਨੀ ਕਿ ਵਰਸ਼ਿਪ ਮਿਲੀਆਂ ਨਾ, ਜਦੋਂ ਸਾਨੂੰ ਗੋਡ ਦੇ ਬਾਰੇ ਵਿੱਚ ਕੁਝ ਚੀਜ਼ਾਂ ਪਤਾ ਲੱਗੀਆਂ ਤੇ ਅਸੀਂ ਦੇਖਦੇ ਹੈਗੇ ਆ ਕਿ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਇਸ ਚੀਜ਼ ਦੀ ਨੌਲੇਜ ਮਿਲਦੀ ਹੈਗੀ ਆ ਕਿ ਪੁਰਾਣੇ ਟਾਈਮ ਪੀਰੀਅਡ ਦੇ ਜਿਹੜੇ ਲੋਕ ਸੀਗੇ ਉਹ ਵੀ ਬਿਲੀਵ ਕਰਦੇ ਸੀਗੇ ਗੋਡ ਤੇ ਗੋਡੈਸਟ ਦੇ, ਕਿਉਂਕਿ ਉਹਨਾਂ ਦੀ ਵਰਸ਼ਿਪ ਦੇ ਸਾਈਨ ਜਿਹੜੇ ਸੀਗੇ ਸਾਨੂੰ ਮਿਲਦੇ ਆ। ਉਸ ਤੋਂ ਬਾਅਦ ਤੁਹਾਡਾ ਹੈਗਾ ਕਹਿੰਦੇ ਵਰਸ਼ਿਪ ਆਫ ਦਾ ਪਸ਼ੂਪਤੀਨਾਥ। ਦੇਖੋ ਪੰਜਾਬੀ ਹੋਵੇ ਇੰਗਲਿਸ਼ ਹੋਵੇ, ਪਸ਼ੂਪਤੀਨਾਥ ਤੋਂ ਪਸ਼ੂਪਤੀਨਾਥ ਹੀ ਹੁੰਦਾ ਵਾ। ਸੋ ਕਹਿੰਦਾ ਕਿ ਇੱਥੋਂ ਦੇ ਲੋਕ ਜਿਹੜੇ ਸੀਗੇ ਕਹਿੰਦੇ ਕਿ ਪਸ਼ੂਪਤੀਨਾਥ ਦੀ ਵੀ ਪੂਜਾ ਕਰਦੇ ਹੁੰਦੇ ਸੀਗੇ। ਕਹਿੰਦੇ ਕਿ ਪਸ਼ੂਪਤੀਨਾਥ ਜਿਹੜਾ ਪਰਸਨ ਸੀਗਾ, ਕਹਿੰਦੇ ਉਹਨਾਂ ਦੇ ਮਤਲਬ ਜਿੱਦਾਂ ਅਸੀਂ 1 ਰੁਪਏ ਦਾ ਕੁਆਇਨ ਦੇਖਦੇ ਆ ਨਾ, ਉੱਥੇ 3 ਫੇਸ ਬਣੇ ਹੁੰਦੇ ਆ, ਪਹਿਲਾਂ ਹਾਥੀ, ਫਿਰ ਚੀਤਾ, ਫਿਰ ਗੈਂਡਾ। ਠੀਕ ਹੈ, ਸੋ ਕਹਿੰਦੇ ਕਿ ਇਸ ਤਰ੍ਹਾਂ ਦੇ ਜਿਹੜੇ ਫੇਸ ਹੁੰਦੇ ਆ, ਹਿਰਨ, ਕਹਿੰਦੇ ਇਦਾਂ ਦੇ ਪਸ਼ੂ ਬਣੇ ਹੁੰਦੇ ਆ। ਸੋ ਕਹਿੰਦੇ ਇਤੋਂ ਸਾਨੂੰ ਇਹ ਵੀ ਚੀਜ਼ਾਂ ਪਤਾ ਲੱਗਦੀਆਂ ਕਿ ਉਸ ਟਾਈਮ ਪੀਰੀਅਡ ਦੇ ਲੋਕ ਪਸ਼ੂਪਤੀਨਾਥ, ਵੈਸੇ ਹੁਣ ਇਹ ਵੀ ਦਿਮਾਗ 'ਚ ਹੁੰਦਾ ਕਿ ਹੁਣ ਪਸ਼ੂਪਤੀਨਾਥ ਕੀ ਹੈ, ਸ਼ਿਵ ਭਗਵਾਨ ਨੂੰ ਵੀ ਬੋਲ ਦਿੰਦੇ ਹੈਗੇ ਆ। ਠੀਕ ਹੈ, ਤੋ ਸੌਰੀ ਪਸ਼ੂਪਤੀਨਾਥ ਹੋਰ ਹੁੰਦਾ ਕਿਉਂਕਿ ਪਸ਼ੂਪਤੀਨਾਥ ਨਾ ਜਾਨਵਰਾਂ ਦੀਆਂ ਤਸਵੀਰਾਂ ਬਣੀਆਂ ਹੁੰਦੀਆਂ ਨੇ। ਤੇ ਇਸ ਤੋਂ ਇਲਾਵਾ ਉਹ ਲੋਕ ਜਿਹੜੇ ਸ਼ਿਵ ਭਗਵਾਨ ਦੀ ਵੀ ਪੂਜਾ ਕਰਦੇ ਸੀ, ਬਿਕੋਜ਼ ਜਿਹੜੀਆਂ ਮੋਹਰਾਂ ਵਗੈਰਾ, ਜਿਹੜੇ ਉੱਥੋਂ ਦੇ ਕੁਆਇਨ ਵਗੈਰਾ ਮਿਲੇ ਆ ਨਾ, ਤੇ ਉਹਨਾਂ ਤੋਂ ਇਹ ਪਤਾ ਲੱਗਦੇ ਆ ਕਿ ਉੱਥੋਂ ਦੇ ਲੋਕ ਜਿਹੜੇ ਹੈਗੇ ਸ਼ਿਵ ਭਗਵਾਨ ਦੀ ਵੀ ਪੂਜਾ ਕਰਦੇ ਸੀ। ਨੈਕਸਟ ਹੈ ਜੀ ਐਨੀਮਲ ਵਰਸ਼ਿਪ। ਕਹਿੰਦੇ ਐਨੀਮਲ ਵਰਸ਼ਿਪ ਦੀ ਵੀ ਲੋਕ ਪੂਜਾ ਕਰਦੇ ਸੀ, ਮਤਲਬ ਕਿ ਜਿੱਦਾਂ ਕਹਿ ਲੋ ਕਿ ਐਨੀਮਲਸ ਦੀ ਜਾਂ ਫਿਰ ਟਰੀਜ਼ ਦੀ ਪੂਜਾ ਕਰਨਾ। ਜਿੰਨੇ ਵੀ ਟਰੀਜ਼ ਹੁੰਦੇ ਆ, ਜਿੱਦਾਂ ਪਿੱਪਲ ਦਾ ਦਰਖਤ ਹੋ ਗਿਆ, ਠੀਕ ਹੈ, ਜਾਂ ਫਿਰ ਕਹਿ ਲੋ ਕਿ स्नेक वगैरह हो गया, एलिफेंट्स वगैरह हो गए, बाग वगैरह हो गए, हर चीज ਦੀ ਉਹ ਪੂਜਾ ਕਰਦੇ ਸੀਗੇ। ਠੀਕ ਹੈ, ਸੋ ਕਹਿੰਦੇ ਕਿ ਅਸੀਂ ਦੇਖਦੇ ਹੈਗੇ ਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਬਿਲੀਵ ਕਰਦੇ ਸੀ ਕਿਹਨਾਂ ਚੀਜ਼ਾਂ ਦੇ ਉੱਤੇ, ਗੋਡ ਤੇ ਗੋਡ ਐਂਡ ਗੋਡੈਸਟ ਦੀ ਵਰਸ਼ਿਪ ਦੇ ਵਿੱਚ ਉਹ ਲੋਕ ਬਿਲੀਵ ਕਰਦੇ ਸੀ। ਉਸ ਤੋਂ ਬਾਅਦ ਹੈਗਾ ਜੀ ਫੇਥ ਇਨ ਸੁਪਰਸਟੀਸ਼ੀਅਸ। ਠੀਕ ਹੈ, ਸੁਪਰਸਟੀਸ਼ੀਅਸ ਤੋਂ ਕਹਿੰਦੇ ਉਹ ਲੋਕ ਸੁਪਰਸਟੀਸ਼ੀਅਸ ਐਂਡ ਦਾ ਬਲੈਕ ਮੈਜਿਕ, ਕਹਿੰਦੇ ਉਹ ਲੋਕ ਜਿਹੜੇ ਸੀਗੇ ਬਲੈਕ ਮੈਜਿਕ ਦੇ ਉੱਤੇ ਬਿਲੀਵ ਕਰਦੇ ਸੀ, ਉਹ ਗੋਸਟ ਦੇ ਉੱਤੇ, ਭੂਤਾਂ ਪ੍ਰੇਤਾਂ ਦੇ ਉੱਤੇ ਬਿਲੀਵ ਕਰਦੇ ਸੀ। ਠੀਕ ਹੈ, ਸੋ ਇਹਨਾਂ ਤੋਂ ਬਚਣ ਦੇ ਲਈ ਉਹ ਡਿਫਰੈਂਟ ਕਿਸਮ ਦੇ ਜਿਹੜੇ ਕੀ ਕਹਿ ਲੋ ਕਿ ਬਲੈਕ ਮੈਜਿਕ ਦੇ ਨਾਲ ਰਿਲੇਟਡ ਕੋਈ ਤਵੀਤ ਵਗੈਰਾ ਹੁੰਦੇ, ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਅਸੀਂ ਕਰਨੀ ਇਕਨੋਮਿਕ ਕੰਡੀਸ਼ਨ, ਐਗਰੀਕਲਚਰ ਐਂਡ ਐਨੀਮਲ ਰੇਅਰਿੰਗ। ਕਹਿੰਦੇ ਐਗਰੀਕਲਚਰ ਦੇ ਵਿੱਚ ਦਰਅਸਲ ਨਾ ਇੱਕ ਚੀਜ਼ ਯਾਦ ਰੱਖੀ ਦੀ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਸੀਗਾ, ਕਿ ਜੋ ਤੁਹਾਨੂੰ ਲੱਗਦਾ ਨਾ ਸਾਡੀ ਐਗਰੀਕਲਚਰ ਦੇ ਵਿੱਚ ਆਂਦਾ ਹੈ, ਕਣਕ, ਦਾਲਾਂ, ਕਪਾਹ, ਜੌਂ, ਨਿੰਬੂ, ਨਾਰੀਅਲ, ਜੋ ਵੀ ਇੱਥੋਂ ਮਿਲਦਾ ਵਾ ਸਾਰਾ ਕੁਝ ਲਿਖ ਲਓ ਕਿ ਉਹ ਐਗਰੀਕਲਚਰ ਦੇ ਨਾਲ ਰਿਲੇਟਡ ਹੈ ਤੇ ਇੱਥੋਂ ਦੀ ਖੇਤੀ ਕੀਤੀ ਜਾਂਦੀ ਸੀ। ਐਗਰੀਕਲਚਰ ਯਾਨੀ ਕਿ ਉਹਨਾਂ ਦਾ ਕੀਤਾ ਜਾਂਦਾ ਸੀ। ਠੀਕ ਹੈ, ਅਗਰ ਅਸੀਂ ਹਾਰਵੈਸਟਿੰਗ ਯਾਨੀ ਕਿ ਸਿੰਚਾਈ ਦੇ ਲਈ ਦੇਖੀਏ ਤਾਂ ਨਦੀਆਂ ਦਾ ਪਾਣੀ ਯਾਨੀ ਕਿ ਰਿਵਰਸ ਦੇ ਪਾਣੀ ਨੂੰ ਵੀ ਯੂਜ਼ ਕਰ ਲਿਆ ਜਾਂਦਾ ਸੀ, ਜਾਂ ਫਿਰ ਕਹਿ ਲਓ ਕਿ ਮਤਲਬ ਡਿਪੈਂਡ ਔਨ ਦਾ ਰੇਨਿੰਗ ਸਿਸਟਮ। ਠੀਕ ਹੈ, ਰੇਨ ਦੇ ਉੱਤੇ ਵੀ ਡਿਪੈਂਡ ਕਰ ਲਿਆ ਜਾਂਦਾ ਸੀਗਾ। ਸੋ ਕਹਿੰਦੇ ਕਿ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਹਿੰਦੇ ਕਿ ਅਗਰ ਅਸੀਂ ਐਨੀਮਲਸ ਦੇਖੀਏ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਕਿ ਗਾਂ, ਮੱਝ, ਬਲਦ, ਘੋੜਾ, ਠੀਕ ਹੈ, ਊਂਠ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਐਜ਼ ਐਨੀਮਲ ਰੇਅਰਿੰਗ ਦੇ ਲਈ, ਮਤਲਬ ਕਿ ਪਸ਼ੂ ਪਾਲਣ ਦੇ ਲਈ ਲੋਕ ਵਰਤਦੇ ਸੀਗੇ। ਕਹਿੰਦੇ ਤਾਂ ਅਦਰ ਆਕੂਪੇਸ਼ਨ, ਕਹਿੰਦੇ ਠੀਕ ਹੈ ਹੋਰ ਆਕੂਪੇਸ਼ਨਸ ਕਿੱਦਾਂ ਦੇ ਸੀ, ਮਤਲਬ ਹੋਰ ਧੰਦੇ ਕਿਹੜੇ ਅਪਣਾਉਂਦੇ ਸੀ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦੇ ਲੋਕ। ਅਸੀਂ ਕਹਿਣਾ ਕਿ ਕੋਈ ਨਾ ਕੋਈ ਬਰਤਨ ਬਣਾ ਲੈਣਾ, ਠੀਕ ਹੈ, ਜਾਂ ਫਿਰ 골ਡ ਸਮਿਥ ਦਾ ਕੰਮ ਕਰ ਲੈਣਾ, ਆਰਟ ਦੇ ਬਾਰੇ ਵਿੱਚ ਕੰਮ ਕਰ ਲੈਣਾ, ਜਾਂ ਫਿਰ ਕਹਿ ਲਓ ਕਿ ਤਰਖਾਨਾ ਦੇ ਬਾਰੇ ਵਿੱਚ ਕੰਮ ਕਰ ਲੈਣਾ, ਜਾਂ ਫਿਰ ਕਹਿ ਲਓ ਕਿ ਜਿਓਮੈਟਰੀ ਸਿਸਟਮ ਦੇ ਉੱਤੇ ਡਿਜ਼ਾਈਨ ਕਰ ਲੈਣਾ, ਕੋਈ ਖਿਡੌਣਾ, ਕੋਈ ਟੋਏ ਬਣਾ ਲੈਣਾ, ਸ਼ੀਸ਼ਾ ਬਣਾ ਲੈਣਾ। ਸੋ ਇਸ ਤਰ੍ਹਾਂ ਦੀਆਂ ਮਿੱਟੀ ਦੇ ਬਰਤਨ ਬਣਾ ਲੈਣਾ, ਠੀਕ ਹੈ, ਯੂਟੈਂਸਿਲ ਬਣਾ ਦੇਣਾ ਸੋਇਲ ਦੇ। ਤੋਂ ਕਹਿੰਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੀ ਦਾ ਅਦਰ ਆਕੂਪੇਸ਼ਨ ਇਨ ਦਾ ਇੰਦੂ ਵੈਲੀ ਸਿਵਲਾਈਜੇਸ਼ਨ ਟਾਈਮ ਪੀਰੀਅਡ। ਟ੍ਰੇਡ ਐਂਡ ਕਮਰਸ, ਕਹਿੰਦੇ ਟ੍ਰੇਡ ਐਂਡ ਕਮਰਸ ਦੇ ਵਿੱਚ ਕਿਹੜੀਆਂ ਚੀਜ਼ਾਂ ਸੀ। ਦਰਅਸਲ ਟ੍ਰੇਡ ਐਂਡ ਕਮਰਸ ਦੇ ਵਿੱਚ ਉਹ ਹਰ ਚੀਜ਼ ਦਾ ਟ੍ਰੇਡ ਐਂਡ ਕਮਰਸ ਯਾਨੀ ਕਿ ਹਰ ਚੀਜ਼ ਦਾ ਵਪਾਰ ਕਰਦੇ ਸੀ। ਐਗਜ਼ਾਮਪਲ ਦੇ ਤੌਰ ਤੇ ਜੇ ਅਸੀਂ ਦੇਖੀਏ, ਕਹਿੰਦੇ ਕਿ ਉਹ
ਇੱਥੇ ਕਿਉਂਕਿ ਫੈਬਰਿਕ ਬੜੇ ਤਰੀਕੇ ਦਾ ਸੀ ਜਿਹਦੇ ਕਰਕੇ ਉਹ ਫੈਬਰਿਕ ਯੂਜ਼ ਕਰਦੇ ਸੀਗੇ, ਠੀਕ ਹੈ, ਐਕਸਪੋਰਟ ਕਰਨ ਦੇ ਲਈ। ਇਸ ਤੋਂ ਇਲਾਵਾ ਜੋ ਸਾਡੇ ਕੋਲ, ਜਿੱਦਾਂ ਸਾਡੇ ਕੋਲ ਇੱਥੇ ਲੰਗੂਰ ਬਹੁਤ ਨੇ, ਬਾਂਦਰ ਬਹੁਤ ਨੇ, ਮੋਰ ਬਹੁਤ ਨੇ, ਠੀਕ ਹੈ, ਇਹਨਾਂ ਚੀਜ਼ਾਂ ਨੂੰ ਵੀ ਉਹ ਕੀ ਕਰਦੇ ਸੀ, ਐਕਸਪੋਰਟ ਕਰ ਦਿੰਦੇ ਸੀਗੇ। ਤੇ ਜਿਹੜੇ ਮਟੀਰੀਅਲ ਸਾਡੇ ਕੋਲ ਨਹੀਂ ਹੈਗੇ ਉਹਨਾਂ ਨੂੰ ਇੰਪੋਰਟ ਕੀਤਾ ਜਾਂਦਾ ਸੀਗਾ, ਠੀਕ ਹੈ। ਕਹਿੰਦੇ ਹੁਣ ਇਹਨਾਂ ਨੇ ਨਾ ਮਤਲਬ ਕਮਰਸ ਐਂਡ ਟ੍ਰੇਡ ਦੇ ਵਿੱਚ ਸਾਨੂੰ ਨਾ ਟਰੈਵਲ ਕਰਨ ਦੇ ਲਈ ਕੁਝ ਇਸ ਤਰ੍ਹਾਂ ਦੇ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਜਿੱਦਾਂ ਕਿ ਆਵਾਜਾਈ ਦੇ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ ਨਾ। तो ਕਹਿੰਦੇ ਕਿ ਉਹਨਾਂ ਦੇ ਲਈ ਉਹ ਜਦੋਂ ਸਮੁੰਦਰੀ ਜਹਾਜ਼, ਬੈਲ ਗੱਡੀ, ਠੀਕ ਹੈ, ਭਾਰ ਢੋਣ ਵਾਲੇ ਜਿਹੜੇ ਪਸ਼ੂ ਹੁੰਦੇ ਆ, ਤੋਂ ਉਹਨਾਂ ਦੀ ਵਰਤੋਂ ਕਰਦੇ ਸੀ, ਉਹਨਾਂ ਨੂੰ ਯੂਜ਼ ਕਰਦੇ ਸੀ। ਕਹਿੰਦੇ weight and the measurement, ਕਹਿੰਦੇ ਵੱਟੇ ਤੇ ਪੈਮਾਨੇ, weight ਸਮਝਦੇ ਹੋ ਨਾ, ਮੈਜਰ ਕਰਨ ਦੇ ਲਈ ਜਿਹੜੇ ਬੱਟੇ ਜੇ ਰੱਖੇ ਹੁੰਦੇ ਆ ਦੁਕਾਨਦਾਰਾਂ ਨੇ, ਸੋ ਕਹਿੰਦੇ ਉਹਨਾਂ ਨੂੰ ਯੂਜ਼ ਕਰਦੇ ਸੀ ਜੇ ਉਹਨਾਂ ਨੇ ਕੋਈ ਮਟੀਰੀਅਲ ਜਿਹੜਾ ਹੈਗਾ ਕਿਸੇ ਪਰਸਨ ਨੂੰ ਐਜ਼ ਅ ਸੇਲ ਕਰਨ ਦੇ ਲਈ ਦੇਣਾ ਹੁੰਦਾ ਸੀ। ਤਾਂ ਕਹਿੰਦੇ ਕਿ weight ਯਾਨੀ ਕਿ ਵੱਟਿਆਂ ਦੀ ਵਰਤੋਂ ਕਰਦੇ ਸੀਗੇ। ਤੇ ਕਹਿੰਦੇ ਕਿ ਜਿਹੜੇ ਵੱਟੇ ਸੀਗੇ, ਕੋਈ 1 ਗ੍ਰਾਮ, ਕੋਈ 2, ਕੋਈ 4, ਕੋਈ 6, ਕੋਈ 12, ਕੋਈ 16, ਕਹਿੰਦੇ ਇਸ ਤਰ੍ਹਾਂ ਦੇ ਵੱਟੇ ਜਿਹੜੇ ਸੀਗੇ ਉਹਨਾਂ ਨੇ ਯੂਜ਼ ਕਰਨ ਦੇ ਲਈ ਰੱਖੇ ਹੋਏ ਸੀ। ਉਸ ਤੋਂ ਬਾਅਦ ਹੈਗਾ ਫੁੱਟ ਰੂਲਰ। ਫੁੱਟ ਰੂਲਰ ਦਾ ਮਤਲਬ ਹੁੰਦਾ ਫੁੱਟਾ ਵੀ ਰੱਖਿਆ ਹੋਇਆ ਸੀ ਉਹਨਾਂ ਨੇ, ਠੀਕ ਹੈ। ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦੇ ਵਿੱਚ ਫੁੱਟ ਰੂਲਰ ਦਾ ਵੀ ਕਹਿੰਦੇ ਪਤਾ ਚੱਲਦਾ ਵਾ। ਕਹਿੰਦੇ ਖੁਦਾਈ ਮਾਪੀ ਗਈ, ਕਹਿੰਦੇ ਮਤਲਬ ਕਿੰਨੇ ਮਾਪ, ਮਤਲਬ ਕਿ ਕਿੰਨਾ ਡੂੰਘਾ, ਕਿੰਨਾ ਚੌੜਾ, ਸਭ ਚੀਜ਼ਾਂ ਪਤਾ ਲੱਗਣੀਆਂ ਚਾਹੀਦੀਆਂ ਨੇ ਨਾ। ਸੋ ਕਹਿੰਦੇ ਕਿ ਫੁੱਟ ਰੂਲਰ ਦੀ ਵੀ ਜਿਹੜੀ ਫੁੱਟ ਰੂਲਰ ਵੀ ਜਿਹੜਾ ਸੀਗਾ ਯੂਜ਼ ਕੀਤਾ ਜਾਂਦਾ ਸੀਗਾ। ਉਸ ਤੋਂ ਬਾਅਦ ਇਹ ਪੋਲੀਟੀਕਲ ਸਿਸਟਮ। ਕਹਿੰਦੇ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਲਿਪੀ, ਯਾਨੀ ਕਿ ਜਿਸ ਤਰ੍ਹਾਂ ਦੀ ਲੈਂਗੁਏਜ ਲਿਖੀ ਗਈ ਨਾ, ਕਹਿੰਦੇ ਅੱਜ ਤੱਕ ਤਾਂ ਪਹਿਲੀ ਗੱਲ ਤਾਂ ਉਹ ਲੈਂਗੁਏਜ ਸਾਡੇ ਕੋਲ ਪੜ੍ਹੀ ਹੋਈ ਨਹੀਂ ਗਈ, ਠੀਕ ਹੈ। ਕੁਝ ਜਸਟ ਇਮੇਜਿਨੇਸ਼ਨ ਦੇ ਨਾਲ ਰਿਲੇਟਡ ਕੁਝ ਰਾਈਟਰ ਨੇ ਆਪਣੀਆਂ ਜਿਹੜੀਆਂ ਪਲੈਨਿੰਗ ਦੱਸ ਦਿੱਤੀਆਂ, ਜਿੱਦਾਂ ਬੋਲ ਦਿੱਤਾ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਬਹੁਤ ਅੱਛਾ ਸੀ, ਸੜਕ ਸਿਸਟਮ ਬਹੁਤ ਅੱਛਾ ਸੀਗਾ, ਠੀਕ ਹੈ। ਸੋ ਉਸ ਤੋਂ ਉਹਨਾਂ ਲੋਕਾਂ ਦੇ ਕੋਲ ਬਹੁਤ ਵੱਡਾ ਬਾਥ ਸਿਸਟਮ ਸੀਗਾ, ਠੀਕ ਹੈ। ਰਿਲੀਜੀਅਸ ਬੇਸਿਸ ਦੇ ਉੱਤੇ ਲੋਕ ਜਿਹੜੇ ਆ ਡਿਫਰੈਂਟ ਗੋਡ ਦੇ ਗੋਡੈਸ ਦੀ ਪੂਜਾ ਕਰਦੇ ਸੀਗੇ, ਠੀਕ ਹੈ। ਉਸ ਤੋਂ ਇਲਾਵਾ ਉਹਨਾਂ ਨੇ ਦੱਸ ਦਿੱਤਾ ਕਿ ਉਸ ਟਾਈਮ ਪੀਰੀਅਡ ਦੇ ਜਿਹੜੇ ਲੋਕ ਸੀ ਇਕੁਐਲਿਟੀ ਦੇ ਬੇਸਿਸ ਤੇ ਹੁੰਦੇ ਸੀਗੇ, ਠੀਕ ਹੈ। ਬਟ ਲੇਕਿਨ ਉਹਨਾਂ ਦੀਆਂ ਹੜੱਪਾ ਤੇ ਮੋਹਨਜੋਦਾੜੋ ਦੀਆਂ ਜਿਹੜੀਆਂ ਕੈਪੀਟਲ ਸੀਗੀਆਂ ਅਲੱਗ-ਅਲੱਗ ਸੀਗੀਆਂ। ਇਸ ਤੋਂ ਇਲਾਵਾ ਹੈਗਾ ਕਿ ਦੁਸ਼ਮਣਾਂ ਤੋਂ ਯਾਨੀ ਕਿ ਐਨੀਮੀਜ਼ ਤੋਂ ਬਚਣ ਦੇ ਲਈ ਉਹਨਾਂ ਨੇ ਆਪਣੇ ਘਰ ਮਤਲਬ ਬਹੁਤ ਅੱਛੇ ਤਰੀਕੇ ਦੇ ਬਣਾਏ ਹੋਏ ਸੀ। ਸੜਕਾਂ ਵਗੈਰਾ, ਰੋਡ ਵਗੈਰਾ ਸੀਗੀਆਂ, ਕਾਫੀ ਜ਼ਿਆਦਾ ਉਹਨਾਂ ਨੂੰ ਐਕਸਪੈਂਡ ਕੀਤਾ ਹੋਇਆ ਸੀ, ਚੌੜੀਆਂ ਵਗੈਰਾ ਸੀਗੀਆਂ। ਸੋ ਕਹਿੰਦੇ ਇਸ ਤਰ੍ਹਾਂ ਦੀਆਂ ਚੀਜ਼ਾਂ। ਉਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਕਿਸ ਤਰ੍ਹਾਂ ਦੇ ਵੈਪਨ ਯੂਜ਼ ਕਰਦੇ ਸੀ, ਵੈਪਨ ਕਿਹੜੇ ਮਟੀਰੀਅਲ ਦੇ ਨਾਲ ਬਣੇ ਹੋਏ ਸੀ, ਜਾਂ ਕਿਹੜੇ ਮਟੀਰੀਅਲ ਦੇ ਬਾਰੇ ਵਿੱਚ ਉਹਨਾਂ ਨੂੰ ਨਹੀਂ ਸੀ ਪਤਾ, ਜਿੱਦਾਂ ਆਇਰਨ ਦੇ ਬਾਰੇ ਵਿੱਚ। ਸੋ ਕਹਿੰਦੇ ਇਹ ਸਾਰੀਆਂ ਚੀਜ਼ਾਂ ਪੋਲੀਟੀਕਲ ਸਿਸਟਮ ਦੇ ਬੇਸ ਤੇ ਆ। ਮੈਂ ਤੁਹਾਨੂੰ ਦੱਸ ਦਵਾਂ, ਇਹ ਜਸਟ ਸਾਰੇ ਰਾਈਟਰ ਦੀ ਇਮੇਜਿਨੇਸ਼ਨ ਦੱਸਦੀ ਹੈ, ਠੀਕ ਹੈ। ਸਾਰੇ ਰਾਈਟਰ ਦੀ ਇਮੇਜਿਨੇਸ਼ਨ ਇਸ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਕਿਹੜਾ ਸਿਸਟਮ ਕਿਸ ਤਰੀਕੇ ਦੇ ਨਾਲ ਚੱਲੇਗਾ। ਜਸਟ ਉਹਨਾਂ ਨੇ ਸਾਰੇ ਦੇ ਸਾਰੇ ਸਿਸਟਮ ਨੂੰ ਇੱਕ ਇਮੇਜਿਨੇਸ਼ਨ ਦੇ ਨਾਲ ਰਿਲੇਟ ਕਰਕੇ ਉਹ ਸਭ ਕੁਝ ਉਹਨਾਂ ਨੇ ਦੱਸ ਦਿੱਤਾ ਵਾ। ਕਹਿੰਦੇ ਆਰਟ ਕਿੱਦਾਂ ਦੀ ਸੀ ਉੱਥੋਂ ਦੇ ਲੋਕਾਂ ਦੀ। ਆਰਟ ਦੇ ਬਾਰੇ ਵਿੱਚ ਤਾਂ ਅਸੀਂ ਦੇਖਾਂਗੇ ਉਹ ਕਿ ਹਰ ਤਰ੍ਹਾਂ ਦੀ ਆਰਟ ਕਰਦੇ ਸੀਗੇ। ਚਾਹੇ ਤਾਂ ਕਹਿੰਦੇ ਸੀਗੇ ਕਿ ਇੰਦੂ ਵੈਲੀ ਸਿਵਲਾਈਜੇਸ਼ਨ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਵਾ, ਕਹਿੰਦੇ ਉੱਥੋਂ ਦੇ ਲੋਕ ਅਸੀਂ ਇਹ ਦੇਖਾਂਗੇ ਕਿ ਆਰਟ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਕੰਮ ਉਹਨਾਂ ਨੇ ਕੀਤਾ ਸੀਗਾ। ਖਿਡੌਣੇ ਵਗੈਰਾ ਜਿਹੜੇ ਸੀਗੇ ਉਹਨਾਂ ਨੇ ਬਣਾਉਣੇ ਸਟਾਰਟ ਕਰ ਦਿੱਤੇ ਸੀਗੇ, ਜਾਂ ਫਿਰ ਕਹਿ ਲਓ ਕਿ ਮੂਰਤੀ ਬਣਾਣੀ ਸਟਾਰਟ ਕਰ ਦਿੱਤੀ ਸੀ। ਗੋਡ ਤੇ ਗੋਡੈਸ ਦੀ ਮੂਰਤੀ ਬਣਾ ਲੈਂਦੇ ਸੀ, ਐਨੀਮਲਸ ਦੀ ਮੂਰਤੀ ਬਣਾ ਲੈਂਦੇ ਸੀ। ਸੋ ਆਰਟ ਜਿਹੜੀ ਸੀਗੀ ਬਹੁਤ ਉਸ ਟਾਈਮ ਪੀਰੀਅਡ ਦੇ ਵਿੱਚ ਫੇਮਸ ਸੀਗੀ, ਠੀਕ ਹੈ। ਤੋ ਅਸੀਂ ਇਹ ਕਵਾਂਗੇ ਕਿ ਆਰਟ ਸਿਸਟਮ ਦੇ ਬਾਰੇ ਵਿੱਚ ਤਾਂ ਉਹਨਾਂ ਨੇ ਬਹੁਤ ਸਾਰੀਆਂ ਮੂਰਤੀਜ਼ ਬਣਾਈਆਂ ਸੀਗੀਆਂ, ਠੀਕ ਹੈ, ਜਿਹੜੀਆਂ ਕਿ ਸਾਨੂੰ ਮਿਲਦੀਆਂ ਹੈਗੀਆਂ ਨੇ। ਜਿੱਦਾਂ ਪਸ਼ੂਆਂ ਦੀਆਂ ਮੂਰਤੀਆਂ ਬਣਾਈਆਂ ਸੀ। ਮੋਹਨਜੋਦਾੜੋ ਦੇ ਵਿੱਚ ਵੀ ਕਹਿੰਦੇ ਕਿ ਸਾਨੂੰ ਬਹੁਤ ਸਾਰੇ ਕਿਸਮ ਦੇ ਸਟੈਚੂ ਮਿਲਦੇ ਆ। ਮੂਰਤੀਆਂ ਨੂੰ ਸਟੈਚੂ ਲਿਖਦੇ ਨਾ, ਤਾਂ ਬਹੁਤ ਸਾਰੇ ਜਿਹੜੇ ਸਟੈਚੂ ਵਗੈਰਾ ਮਿਲਦੇ ਹੈਗੇ ਆ। ਇਸ ਤੋਂ ਇਲਾਵਾ ਕਹਿੰਦੇ ਕਿ ਜਿਹੜੇ ਉਹਨਾਂ ਕੋਲ ਯੂਟੈਂਸਿਲ ਸੀ, ਯੂਟੈਂਸਿਲ ਸਮਝਦੇ ਹੋ ਨਾ, ਬਰਤਨ ਵਗੈਰਾ ਸੀ, ਕਹਿੰਦੇ ਬਰਤਨ ਦੇ ਉੱਤੇ ਵੀ ਉਹਨਾਂ ਨੇ ਕਿਸੇ ਨਾ ਕਿਸੇ ਟਾਈਪ ਦੀ ਜਿਹੜੀ ਆਰਟ ਸੀਗੀ ਉਹ ਕੀਤੀ ਹੋਈ ਸੀਗੀ, ਠੀਕ ਹੈ। ਸੋ ਅਸੀਂ ਇਹ ਕਵਾਂਗੇ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਲੋਕ ਸੀਗੇ ਡਿਫਰੈਂਟ ਆਰਟ ਕਰਦੇ ਸੀ ਹਰ ਇੱਕ ਚੀਜ਼ ਤੇ, ਚਾਹੇ ਉਹ ਕੋਈ ਵਾਲ ਹੋਵੇ, ਠੀਕ ਹੈ, ਚਾਹੇ ਤਾਂ ਕਿਸੇ ਕਿਸਮ ਦਾ ਕੋਈ ਵਾਲ ਹੋਵੇ, ਜਾਂ ਫਿਰ ਕਹਿ ਲਓ ਕਿ ਕਿਸੇ ਕਿਸਮ ਦੀ ਬਰਤਨ ਹੋਵੇ, ਠੀਕ ਹੈ, ਉੱਥੇ ਡਿਫਰੈਂਟ ਕਿਸਮ ਦੀ ਆਰਟ ਕਰ ਦਿੰਦੇ ਸੀ। ਇਵਨ ਕਿ ਜਿਹੜੇ ਉਹਨਾਂ ਦੇ ਕੋਲ ਆਰਨਾਮੈਂਟਸ, ਗਹਿਣੇ ਵਗੈਰਾ ਹੁੰਦੇ ਸੀ ਨਾ, ਉਹਨਾਂ ਦੇ ਉੱਤੇ ਵੀ ਆਰਟ ਕੀਤੀ ਜਾਂਦੀ ਸੀ। ਉਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਤਲਬ ਕੋਈ ਨਾ ਕੋਈ ਡਿਜ਼ਾਈਨ ਜਿਹੜਾ ਹੈਗਾ ਵਾ ਉਹ ਬਣਾਇਆ ਜਾਂਦਾ ਸੀਗਾ, ਠੀਕ ਹੈ। ਆਰਕੀਟੈਕਚਰ ਦੇ ਵਿੱਚ ਅਸੀਂ ਦੇਖੀਏ ਤਾਂ ਆਪਾਂ ਦੇਖਦੇ ਹੈਗੇ ਆ ਕਿ ਭਵਨ, ਕਲਾ, ਇਸ਼ਨਾਨ ਘਰ, ਬਾਤ ਘਰ, ਜਾਂ ਫਿਰ ਕਹਿ ਲਓ ਕਿ ਘਰਾਂ ਦੇ ਡਿਜ਼ਾਈਨ,
ਜਾਂ ਫਿਰ ਕਹਿ ਲਓ ਕਿ ਮਹਿਲ, ਪੈਲਸ, ਗਡਾਊਨ, ਹਰ ਚੀਜ਼ ਜਿਹੜੀ ਸੀਗੀ ਉਹਨਾਂ ਦਾ ਆਰਕੀਟੈਕਟ ਸੀਗਾ। ਠੀਕ ਹੈ, ਆਰਕੀਟੈਕਚਰ ਸੀਗਾ, ਮਤਲਬ ਆਰਟ ਦੇ ਬੇਸਿਸ ਦੇ ਉਹਨਾਂ ਨੇ ਹਰ ਚੀਜ਼ ਜਿਹੜੀ ਸੀਗੀ ਉਹ ਬਣਾਈ ਸੀਗੀ। ਠੀਕ ਹੈ, ਇੱਕ ਸਟਰੋਂਗ ਕਿਸਮ ਦੀ ਬ੍ਰਿਸਕ ਦੇ ਨਾਲ। ਉਸ ਤੋਂ ਬਾਅਦ ਸੀਲ ਮਤਲਬ ਹੁੰਦਾ ਮੋਹਰਾਂ। ਕਹਿੰਦੇ ਉਸ ਸਮੇਂ ਵਿੱਚ ਬਹੁਤ ਸਾਰੀਆਂ ਸਾਨੂੰ ਸੀਲਸ ਮਿਲਦੀਆਂ ਨੇ, ਮਤਲਬ ਕਿ ਮੋਹਰਾਂ ਮਿਲਦੀਆਂ ਨੇ ਜਿਨ੍ਹਾਂ ਦੇ ਉੱਤੇ ਵੀ ਆਰਟ ਕੀਤੀ ਹੋਈ ਹੈ। ਠੀਕ ਹੈ, ਕਦੇ ਉਹਨਾਂ ਦੇ ਉੱਤੇ ਐਨੀਮਲ ਬਣਾ ਦੇਣਾ, ਕਦੇ ਉਹਨਾਂ ਦੇ ਉੱਤੇ ਟਰੀ ਬਣਾ ਲੈਣਾ, ਕਦੇ ਉਹਨਾਂ ਦੇ ਉੱਤੇ ਖਰਗੋਸ਼ ਬਣਾ ਲੈਣਾ, ਕਦੇ ਉਹਨਾਂ ਦੇ ਉੱਤੇ ਚੀਤਾ ਬਣਾ ਲੈਣਾ। ਸੋ ਬਹੁਤ ਟਾਈਪ ਦੀ ਜਿਹੜੀ ਆਰਟ ਸੀਗੀ ਉਹ ਵੀ ਇੱਕ ਸੀਲ ਦੇ ਉੱਤੇ ਜਿਹੜੀ ਹੈਗੀ ਆ ਕੀਤੀ ਹੋਈ ਮਿਲੀ ਸੀਗੀ। ਫਿਰ ਉਸ ਤੋਂ ਬਾਅਦ ਹੈਗਾ ਸਕ੍ਰਿਪਟ ਆਫ ਦਾ ਇੰਦੂ ਪੀਪਲਸ। ਕਹਿੰਦੇ ਕਿ ਉੱਥੋਂ ਦੇ ਲੋਕਾਂ ਦੀ ਜਿਹੜੀ ਸਕ੍ਰਿਪਟ ਸੀਗੀ ਕਹਿੰਦੇ ਕਿੱਦਾਂ ਦੀ ਸੀ। ਅਸੀਂ ਕਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਸਿੰਧੂ ਘਾਟੀ ਦੇ ਟਾਈਮ ਪੀਰੀਅਡ ਦੇ ਵਿੱਚ ਕਹਿੰਦੇ ਕੁਝ ਮੋਹਰਾਂ ਮਿਲੀਆਂ ਨੇ, ਉਹਨਾਂ ਤੇ ਵੀ ਆਰਟ ਕੀਤੀ ਗਈ ਸੀ। ਕੁਝ ਪੱਥਰਾਂ ਦੇ ਉੱਤੇ ਮਤਲਬ ਸਟੋਨਸ ਦੇ ਉੱਤੇ ਲਿਖਿਆ ਗਿਆ ਵੀ ਮਿਲਿਆ, ਉਹਨਾਂ ਤੇ ਵੀ ਆਰਟ ਕੀਤੀ ਗਈ ਸੀ। ਇਵਨ ਕਿ ਕਹਿੰਦੇ ਕਿ ਮਿੱਟੀ ਦੇ ਬਰਤਨਾਂ ਦੇ ਉੱਤੇ ਵੀ ਕੋਈ ਨਾ ਕੋਈ ਆਰਟ ਕੀਤੀ ਗਈ ਸੀ। ਲੇਕਿਨ ਦਾ ਰਿਐਲਿਟੀ ਇਜ਼ ਦਿਸ, ਅਸੀਂ ਕਿਸੇ ਵੀ ਆਰਟ ਨੂੰ ਨਹੀਂ ਪੜ ਪਾਏ, ਨਾ ਹੁਣ ਕੋਈ ਪੜ ਪਾਇਆ ਵਾ, ਨਾ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਕੋਈ ਪੜ ਪਾਇਆ ਸੀ। ਸੋ ਕਹਿੰਦੇ ਅਸੀਂ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਬਸ ਹਾਂਜੀ बोलो बोलो पीयूष। सॉरी तुसी राइट डाउन कर दो बिकॉज ना सुन नहीं रहा अच्छे तरीके ना। सो कहंदे कि ਇਹ ਜਿਹੜੀ ਲੈਂਗੁਏਜ ਹੈਗੀ ਅਸੀਂ ਦੇਖਾਂਗੇ ਕਿ ਇਹ ਲੈਂਗੁਏਜ ਜਿਹੜੀ ਹੈਗੀ ਆ ਨਾ ਇੱਕ ਕਹਿ ਲਓ ਕਿ ਆਰਟ ਦੇ ਬੇਸਿਸ ਦੇ ਉੱਤੇ ਲੈਂਗੁਏਜ ਲਿਖੀ ਗਈ ਸੀ। ਜਿੱਦਾਂ ਸਾਡੀ ਤਾਂ ਨਾਰਮਲ ਐ ਚ ਕੋਈ ਆਰਟ ਥੋੜੀ ਨਾ ਅਸੀਂ ਕਰਦੇ ਆ, ਲੇਕਿਨ ਉਹ ਤਾਂ ਇੱਕ ਆਰਟ ਦੇ ਬੇਸਿਸ ਦੇ ਉੱਤੇ ਸੀਗੀ। ਠੀਕ ਹੈ, ਕਹਿੰਦੇ ਇਹ ਲਿਖਿਆ ਜਾਂਦਾ ਹੈਗਾ ਕਿ ਇਹ ਖੱਬੇ ਤੋਂ ਸੱਜੇ ਵਾਲੀ ਸਾਈਡ ਲਿਖੀ ਜਾਂਦੀ ਸੀ। ਅਦਰਵਾਈਜ਼ ਤੁਸੀਂ ਸੱਜੇ ਤੋਂ ਖੱਬੇ ਲਿਖਦੇ ਆ ਨਾ, ਇਹ ਖੱਬੇ ਤੋਂ ਸੱਜੇ ਲਿਖੀ ਜਾਂਦੀ ਸੀ। ਠੀਕ ਹੈ, ਲੈਫਟ ਟੂ ਰਾਈਟ ਲਿਖੀ ਜਾਂਦੀ ਸੀਗੀ। ਕਹਿੰਦੇ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਦਾ ਹੈਗਾ ਵਾ ਕਿ ਉਸ ਟਾਈਮ ਦੇ ਜਿਹੜੇ ਲੋਕ ਸੀਗੇ ਮਤਲਬ ਇੱਕ ਕਹਿ ਲਓ ਕਿ ਪੈਨ ਦੀ ਤਰ੍ਹਾਂ ਚੀਜ਼ਾਂ ਯਾਨੀ ਕਿ ਕਲਮ ਵਗੈਰਾ ਨੂੰ ਯੂਜ਼ ਕਰਦੇ ਸੀਗੇ। ਠੀਕ ਹੈ, ਸੋ ਕਹਿੰਦੇ ਕਿ ਇਹ ਲਿਪੀ ਜਿਹੜੀ ਪੜ੍ਹਨੀ ਸੀਗੀ ਅਸੀਂ ਇਹਦੇ ਵਿੱਚ ਅਨਸਕਸੈਸਰੀ ਬਿਕੋਜ਼ ਕਿਸੇ ਵੀ ਹਿਊਮਨ ਬੀਇੰਗ ਨੂੰ ਇਸ ਲਿਪੀ ਦੇ ਬਾਰੇ ਵਿੱਚ ਨਾ ਤਾਂ ਕੋਈ ਨੌਲੇਜ ਹੈ ਤੇ ਨਾ ਉਹ ਇਸ ਦੇ ਬਾਰੇ ਵਿੱਚ ਕੁਝ ਲਿਖਣਾ ਚਾਹੁੰਦਾ ਵਾ। ਠੀਕ ਹੈ, ਬਿਕੋਜ਼ ਹਿਊਮਨ ਬੀਇੰਗ ਨੂੰ ਨੌਲੇਜ ਹੀ ਨਹੀਂ। ਉਸ ਤੋਂ ਬਾਅਦ ਡਿਕਲਾਈਨ ਐਂਡ ਦਾ ਡਿਸਅਪੀਅਰੈਂਸ ਆਫ ਦਾ ਸਿਵਲਾਈਜੇਸ਼ਨ। ਕਹਿੰਦੇ ਡਿਕਲਾਈਨ, ਕਹਿੰਦੇ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦਾ ਡਿਕਲਾਈਨ ਕਿੱਦਾਂ ਹੋ ਗਿਆ। ਪਹਿਲੀ ਗੱਲ ਤਾਂ ਇਹ ਸੀ ਕਿ ਨੈਚੁਰਲ ਕਾਜ਼ਿਸ ਹੋਏ ਸੀ, ਦੂਜੇ ਆਰੀਆ ਇਨਵਿਜ਼ਨਸ ਹੋਏ ਸੀ। ਆਪਾਂ ਇਹ ਚੀਜ਼ ਪੜ੍ਹੀ ਹੋਈ ਹੈ ਨਾ, ਨੈਚੁਰਲ ਕਾਜ਼ਿਸ ਹੋਏ ਸੀਗੇ ਕਿ ਹੜ੍ਹ ਆ ਗਿਆ ਸੀਗਾ। ਠੀਕ ਹੈ, ਫਲੱਡ ਆ ਗਿਆ ਸੀ ਜਿਹਦੇ ਕਰਕੇ ਬਹੁਤ ਵਾਰ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦੇ ਚੀਜ਼ਾਂ ਵਸੀਆਂ ਸੀ, ਬਹੁਤ ਵਾਰ ਉਹ ਹਟ ਵੀ ਗਈਆਂ ਸੀ। ਇਹਦਾ ਮਤਲਬ ਹੈ ਕਿ ਬਹੁਤ ਸਾਰੇ ਹੜ੍ਹ ਵਗੈਰਾ ਆਂਦੇ ਰਹੇ ਜਿਹਦੇ ਕਰਕੇ ਇਹ ਚੀਜ਼ਾਂ ਖਤਮ ਹੁੰਦੀਆਂ ਰਹੀਆਂ ਸੀ। ਉਸ ਤੋਂ ਬਾਅਦ ਹੈਗਾ ਕਹਿੰਦੇ ਕਿ ਜਿਹੜੀਆਂ ਰਿਵਰ ਸੀਗੀਆਂ ਉਹਨਾਂ ਨੇ ਵੀ ਆਪਣਾ ਜਿਹੜਾ ਦਿਸ਼ਾ ਸੀਗੀ ਉਹ ਬਦਲ ਲਈ ਸੀ, ਡਾਇਰੈਕਸ਼ਨ ਚੇਂਜ ਕਰ ਲਿਆ ਸੀ ਜਿਹਦੇ ਕਰਕੇ ਉੱਥੋਂ ਦੇ ਲੋਕਾਂ ਨੂੰ ਪਾਣੀ ਵਗੈਰਾ ਦੀ ਪ੍ਰੋਬਲਮ ਆਈ ਐਂਡ ਦੈਨ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦਾ ਡਿਕਲਾਈਨ ਹੋ ਗਿਆ। ਨੈਕਸਟ ਹੈ ਜੀ ਕਹਿੰਦੇ ਕਿ ਕੁਝ ਪੁੱਛਣਾ ਹੈ ਪੀयूष? ਤੁਸੀਂ ਪਹਿਲਾਂ ਕੀ ਪੁੱਛਿਆ ਸੀ? ਹੁਣ ਆਵਾਜ਼ ਸਹੀ ਆ ਰਹੀ ਹੈ ਕਿ ਸਾਰੇ ਹੀ ਆਰਟ ਪਰਸਨ ਸੀ, ਏਦਾਂ ਕੁਝ ਪੁੱਛਿਆ ਸੀ? ਬਿਲਕੁਲ ਬਿਲਕੁਲ, ਕਿਉਂਕਿ ਉੱਥੋਂ ਦੇ ਲੋਕਾਂ ਦਾ ਕੰਮ ਧੰਦਾ ਹੀ ਇਹ ਸੀਗਾ। ਜਿੰਨੀ ਅੱਛੀ ਉਹ ਲੋਕ ਆਰਟ ਕਰਦੇ ਸੀ, ਜਿਹੜਾ ਉਹਨਾਂ ਦਾ ਹੈਡ ਹੁੰਦਾ ਸੀ ਉਹਨਾਂ ਨੂੰ ਕੁਛ ਨਾ ਕੁਛ ਤਾਂ ਦੇ ਹੀ ਦਿੰਦਾ ਸੀ ਪੈਸਿਆਂ ਦੇ ਮਾਮਲੇ 'ਚ, ਹੈ ਨਾ। ਹਾਂ, तो लॉकडाउन ਦੇ ਵਿੱਚ ਇੱਕ ਚੀਜ਼ ਤਾਂ ਸਿੱਖੀ ਹੈ, ਹਿਊਮਨ ਬੀਇੰਗ ਦੇ ਕੋਲ ਪੈਸਾ ਹੋਣਾ ਚਾਹੀਦਾ ਹੈ ਘਰ ਦੇ ਵਿੱਚ, ਬਾਹਰ ਨਾ ਜਾ ਕੇ ਵੀ ਸਰ ਜਾਂਦਾ ਹੈ ਨਾ। ਤੋ ਸੇਮ ਇਦਾਂ ਦੇ ਲੋਕ ਸੀ ਕਿ ਜਿੱਥੇ ਬਿਲਕੁਲ ਤੋ ਇਹ ਟਾਈਮ ਪੀਰੀਅਡ ਦੇ ਲੋਕ ਇਦਾਂ ਦੇ ਸੀ ਕਿ ਉੱਥੋਂ ਹੀ ਉਹਨਾਂ ਨੂੰ ਜੋ ਪੈਸਾ ਕਮਾਉਣ ਦੇ ਲਈ, ਜਿਸ ਚੀਜ਼ ਦੇ ਵਿੱਚ ਕਮਾਉਣ ਦੇ ਲਈ ਮਿਲ ਜਾਂਦਾ ਸੀ, ਉਹ ਸਾਰਾ ਸਿਸਟਮ ਆਪਣਾ ਉੱਚ ਲਗਾ ਦਿੰਦੇ ਸੀ, ਹੈ ਨਾ। तो कहते कि जलवायु यानी कि वैदर ਦੇ ਵਿੱਚ ਵੀ ਚੇਂजेस ਆਣੀਆਂ ਸਟਾਰਟ ਹੋ ਗਈਆਂ ਸੀਗੀਆਂ। ਠੀਕ ਹੈ, ਜਿਹਦੇ ਕਰਕੇ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਜਿਹੜਾ ਹੈਗਾ ਵਾ ਕਹਿੰਦੇ ਕਿ ਉਹਦਾ ਡਿਕਲਾਈਨ ਹੋਣਾ ਸਟਾਰਟ ਹੋ ਗਿਆ ਸੀਗਾ। ਪਰ ਕਹਿੰਦੇ ਬਹੁਤ ਸਾਰੇ ਰਾਈਟਰ ਇਸ ਚੀਜ਼ ਨੂੰ ਕੋਈ ਇੰਪੋਰਟੈਂਸ ਨਹੀਂ ਦਿੰਦੇ ਕਿਉਂਕਿ ਵੈਦਰ ਹੈ, ਵੈਦਰ ਤੋਂ ਚੇਂਜ ਹੋਏਗਾ ਹੀ। ਠੀਕ ਹੈ, ਹੁਣ ਨਹੀਂ तो बाद ਚ ਹੋ ਜਾਏਗਾ, लेकिन वैदर है, वैदर तो चेंज होएगा ही।
ਉਸ ਤੋਂ ਬਾਅਦ ਹੈਗਾ ਭੂਮੀ ਜਿਹੜੀ ਹੈਗੀ ਆ, ਜਿਹੜੀ ਲੈਂਡ ਹੈਗੀ ਆ, ਕਹਿੰਦੇ ਉਹ ਵੀ ਜਿਹੜੀ ਸੀਗੀ ਅਪ ਹੋਣੀ ਸਟਾਰਟ ਹੋ ਗਈ ਸੀ, ਮਤਲਬ ਉਹ ਵੀ ਉੱਪਰ ਉੱਠਣੀ ਸਟਾਰਟ ਹੋ ਗਈ ਸੀ, ਜਿਹਦੇ ਕਰਕੇ ਜਿਹੜੀਆਂ ਰਿਵਰ ਸੀਗੀਆਂ ਉਹ ਉੱਥੇ ਤੱਕ ਪਹੁੰਚ ਹੀ ਨਹੀਂ ਸੀ ਪਾਉਂਦੀਆਂ ਜਿੱਥੋਂ ਤੱਕ ਇੰਦੂ ਵੈਲੀ ਸਿਵਲਾਈਜੇਸ਼ਨ ਦਾ ਜਿਹੜਾ ਸੀਗਾ ਏਰੀਆ ਸੀਗਾ। ਕਹਿੰਦੇ ਇਸ ਤੋਂ ਇਲਾਵਾ ਜੰਗਲ ਵਗੈਰਾ, ਫੋਰੈਸਟ ਵਗੈਰਾ ਸੀ, ਉਸਨੂੰ ਵੀ ਕੱਟ ਆਫ ਕਰ ਦਿੱਤਾ ਗਿਆ ਸੀਗਾ, ਉਸਨੂੰ ਵੀ ਕੱਟ ਦਿੱਤਾ ਗਿਆ ਸੀਗਾ, ਠੀਕ ਹੈ। ਤੋ ਕਹਿੰਦੇ ਕਿ ਪਹਿਲਾਂ ਜਿਹੜੀ ਮਿੱਟੀ ਦੇ ਬਰਤਨ ਜਿਹੜੇ ਸੀਗੇ ਨਾ, ਇਹ ਲੱਕੜੀ ਦੇ ਨਾਲ ਮਤਲਬ ਉਹਨਾਂ ਨੂੰ ਸਟਰੋਂਗ ਕਰ ਦਿੱਤਾ ਜਾਂਦਾ ਸੀ। ਇਹ ਚੀਜ਼ ਤਾਂ ਪਤਾ ਹੀ ਹੈ ਨਾ ਕਿ ਜਦੋਂ ਮਤਲਬ ਕੋਈ ਬਰਤਨ ਬਣਦਾ ਹੈ ਤੇ ਸਭ ਤੋਂ ਪਹਿਲਾਂ ਉਹਨੂੰ ਪਕਾਇਆ ਜਾਂਦਾ ਹੈ ਨਾ। ਤੋ ਪਕਾਉਣ ਦਾ ਮਤਲਬ ਕੀ ਹੈ, ਅੱਗ ਦੇ ਉੱਤੇ ਉਸਨੂੰ ਰੱਖਿਆ ਜਾਂਦਾ ਹੈ ਤਾਂ ਜੋ ਅੱਛੇ ਤਰੀਕੇ ਦੇ ਨਾਲ ਉਹ ਪੱਕ ਜਾਵੇ, ਟੁੱਟੇ ਨਾ। ਲੇਕਿਨ ਜੰਗਲ ਹੀ ਖਤਮ ਕਰ ਦਿੱਤੇ, ਲੱਕੜੀ ਕਿੱਥੋਂ ਮਿਲਣੀ ਸੀ, ਠੀਕ ਹੈ। ਉਸ ਤੋਂ ਇਲਾਵਾ ਕਹਿੰਦੇ ਕਿ ਜ਼ਮੀਨ ਜਿਹੜੀ ਸੀਗੀ ਉਹ ਵੀ ਜਿਹੜੀ ਸੀਗੀ ਡਰਾਈ ਹੋਣੀ ਸਟਾਰਟ ਹੋ ਗਈ ਸੀ ਕਿਉਂਕਿ ਬਾਰਿਸ਼ ਨਹੀਂ ਸੀ ਪੈਂਦੀ। ਸੋ ਲੋਕ ਕਹਿੰਦੇ ਸੀ ਦੂਜੀਆਂ ਜਗ੍ਹਾਵਾਂ ਤੇ ਜਾਣਾ ਸਟਾਰਟ ਕਰ ਦਿੱਤਾ ਸੀ। ਕਹਿੰਦੇ ਇਸ ਤੋਂ ਇਲਾਵਾ ਬਹੁਤ ਵਾਰ ਜਿਹੜਾ ਹੈਗਾ ਅਰਥਕੁਇਕ ਵੀ ਆ ਗਿਆ ਸੀ, ਜਿਹਦੇ ਕਰਕੇ ਪਤਾ ਲੱਗਦਾ ਹੈ ਕਿ ਇੰਦੂ ਵੈਲੀ ਸਿਵਲਾਈਜੇਸ਼ਨ ਪਤਾ ਨਹੀਂ ਕਿੰਨੀ ਵਾਰ ਮਤਲਬ ਇਹ ਦੁਬਾਰਾ ਤੋਂ ਦੁਬਾਰਾ ਰਿਪੀਟ ਦੇ ਵਿੱਚ ਇੱਥੇ ਲੋਕ ਆਏ, ਫਿਰ ਖਤਮ ਹੋ ਗਿਆ, ਫਿਰ ਤੋਂ ਆਏ, ਫਿਰ ਖਤਮ ਹੋ ਗਿਆ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਤਾਂ ਇਹੀ ਚੀਜ਼ ਪਤਾ ਲੱਗਦੀ ਹੈਗੀ ਆ, ਠੀਕ ਹੈ। ਉਸ ਤੋਂ ਬਾਅਦ ਹੈ ਆਰਿਆ ਐਂਡ ਵਿਜ਼ਨਸ। ਫਿਰ ਆਰਿਆ ਲੋਕ ਆਏ ਸੀਗੇ। ਆਰਿਆ ਲੋਕਾਂ ਨੇ ਇੱਥੇ ਬਹੁਤ ਹਮਲੇ ਕੀਤੇ ਕਿਉਂਕਿ ਆਰਿਆ ਲੋਕ ਕੀ ਸੀ, ਯੁੱਧ ਨੂੰ ਪਸੰਦ ਕਰਦੇ ਸੀ, ਠੀਕ ਹੈ। ਆਰਿਆ ਲੋਕ ਕੀ ਸੀ, ਯੁੱਧ ਨੂੰ ਪਸੰਦ ਕਰਦੇ ਸੀ। ਬਾਰ-ਬਾਰ ਆਰਿਆ ਲੋਕਾਂ ਨੇ ਇੱਥੇ ਹਮਲੇ ਕਰਨੇ ਸਟਾਰਟ ਕਰ ਦਿੱਤੇ। ਇੰਦੂ ਵੈਲੀ ਸਿਵਲਾਈਜੇਸ਼ਨ ਦੀ ਡਿਕਲਾਈਨ ਦਾ ਇੱਕ ਇਹ ਵੀ ਰੀਜ਼ਨ ਮੰਨਿਆ ਜਾਂਦਾ ਹੈ। ਕਹਿੰਦੇ ਉਹਨਾਂ ਦਾ ਦਲੀਲ ਸੀ ਕਿ ਮੋਹਨਜੋਦਾੜੋ ਦੀ ਜਿਹੜੀ ਉੱਪਰਲੀ ਪਰਤ ਹੈਗੀ ਆ, ਠੀਕ ਹੈ, ਮੋਹਨਜੋਦਾੜੋ ਜੋ ਹੈਗਾ ਵਾ, ਕਹਿੰਦੇ ਕਿ ਅਸਲ ਦੇ ਵਿੱਚ ਕਹਿੰਦੇ ਜਿਹੜੀ ਉਹਦੀ ਉੱਪਰਲੀ ਪਰਤ ਹੈਗੀ ਆ ਇਹ ਕੰਗਾਲ ਹੈ, ਪਿੰਜਰ ਹੈ, ਮਤਲਬ ਕਿ ਇਹਦੇ ਉੱਤੇ ਕੁਝ ਨਹੀਂ ਉਗਾਇਆ ਵਗੈਰਾ ਜਾ ਸਕਦਾ, ਠੀਕ ਹੈ। ਸੋ ਕਹਿੰਦੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਰਿਆ ਦੇ ਜਦੋਂ ਹਮਲੇ ਹੋਏ ਸੀ, ਆਰਿਆ ਦੇ ਜਦੋਂ ਇਨਵੀਜ਼ਨਸ ਹੋਏ ਸੀ, ਤਾਂ ਵੀ ਕੀ ਕੀਤਾ ਸੀ, ਲੋਕ ਜਿਹੜੇ ਸੀਗੇ ਉਹਨਾਂ ਨੇ ਕੀ ਕੀਤਾ ਸੀਗਾ ਕਿ ਮਤਲਬ ਆਰਿਆ ਨੇ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦੇ ਲੋਕਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਦੀ ਕੰਡੀਸ਼ਨਸ ਨੂੰ ਖਰਾਬ ਕਰ ਦਿੱਤਾ। ਦੈਨ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਤੋਂ ਬਾਅਦ ਜਿਹੜੇ ਆਰਿਆ ਸਮਾਜ ਸੀਗੇ ਉਹਨਾਂ ਦਾ ਵਿਸਥਾਰ ਹੋਇਆ ਸੀ, ਮਤਲਬ ਆਰਿਆ ਲੋਕ ਆਏ ਸੀਗੇ ਐਂਡ ਦੈਨ ਇੰਦੂ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਪੀਰੀਅਡ ਦਾ ਅੰਤ ਹੋ ਗਿਆ ਸੀ, ਯਾਨੀ ਕਿ ਉਹਦਾ ਡਿਕਲਾਈਨ ਹੋ ਗਿਆ ਸੀ। ਇਸ ਦੇ ਨਾਲ ਹੀ ਚੈਪਟਰ ਦਾ ਇਹ ਪੋਰਸ਼ਨ ਖਤਮ